ਤਾਂ ਜ਼ਿਆਦਾਤਰ ਕਲਾਇੰਟਸ ਅੱਜ-ਕੱਲ੍ਹ ਉੱਦਾਂ ਹੁੰਦਾ ਕਿ ਇੱਧਰੋਂ ਸੁਣ ਲਿਆ ਫਿਰ ਆਪਾਂ ਇੱਥੇ ਇਨਵੈਸਟ ਕਰੀਏ ਜਾਂ ਤੁਸੀਂ ਪੈਸੇ ਦਿਓ ਐਂਡ 3 ਮਹੀਨੇ 'ਚ ਦੱਸੋ ਕਿੰਨੇ ਬਣ ਜਾਣਗੇ, 6 ਮਹੀਨੇ 'ਚ ਕਿੰਨੇ ਬਣ ਜਾਣਗੇ। ਪੈਰਾਮੀਟਰਸ ਪਲ ਐਂਡ ਕਰੈਕਸ ਕਲਾਇੰਟ ਸੈਂਟਰਿਕ ਰਹਿੰਦੇ ਆ। ਅੱਜ-ਕੱਲ੍ਹ ਇਨਵੈਸਟਰਸ ਐਗਜ਼ਿਟ ਲੈਣ ਦਾ ਪਹਿਲਾਂ ਹੀ ਸੋਚ ਲੈਂਦੇ ਆ ਬਿਫੋਰ ਇਨਵੈਸਟਿੰਗ। ਤੁਸੀਂ ਉਹ ਫੰਡਸ ਬਿਲਕੁਲ ਨਾ ਲਗਾਓ ਜਿਹੜੇ ਤੁਸੀਂ ਸੋਚਦੇ ਕਿ ਮੈਂ ਅੱਜ ਲਗਾ ਰਿਹਾ ਤੇ ਮੈਨੂੰ ਸਾਲ ਬਾਅਦ 1.5 ਸਾਲ ਬਾਅਦ ਮੈਨੂੰ ਕਿਤੇ ਹੋਰ ਯੂਟਿਲਾਈਜ਼ ਕਰੂੰਗਾ। ਜਿਹੜੇ ਪ੍ਰੀ ਲਾਂਚ 'ਚ ਇਨਵੈਸਟ ਕਰਦੇ ਆ ਉਹ ਅਗਰ ਅਰਲੀ ਐਂਟਰੀ ਦਿੰਦੇ ਆ ਪ੍ਰੋਫਿਟੇਬਲ ਹੁੰਦਾ। ਦੇयर ਆਰ ਸਰਟਨ ਟਰਮਸ ਐਂਡ ਕੰਡੀਸ਼ਨ ਕਿ ਜਿਸ ਡਿਵੈਲਪਰ ਦੇ ਨਾਲ ਕਰ ਰਹੇ ਹੋ ਉਹਨਾਂ ਦੇ ਫਾਈਨੈਂਸ਼ੀਅਲਸ ਚੈੱਕ ਕਰਨੇ ਬਹੁਤ ਇੰਪੋਰਟੈਂਟ ਹੈ। ਇੱਕ ਗਲਤੀ ਜੋ ਤੁਸੀਂ ਹਰ ਇਨਵੈਸਟਰ ਨੂੰ ਕਹਿਣਾ ਚਾਹੋਗੇ ਕਿ ਉਹ ਅਵੋਇਡ ਕਰੇ। ਡੋਂਟ ਆਸਕ ਫॉर ਡਿਸਕਾਊਂਟਸ। ਤੁਸੀਂ ਲੌਂਗ ਟਰਮ ਕਲਾਇੰਟ ਰਿਲੇਸ਼ਨ ਮੈਟਰ ਲੱਗਦਾ ਤੁਹਾਨੂੰ ਕਿ ਸ਼ਾਰਟ ਟਰਮ ਪ੍ਰੋਫਿਟ। One piece of advice for the beginners who want to join real estate. ਮਾਈ ਕੰਪਨੀ ਵਿਲ ਨੋਟ ਐਂਟਰਟੇਨ ਯੂ। ਲੋਕ ਕਹਿੰਦੇ ਨੇ ਰੀਅਲ ਏਸਟੇਟ ਵਿੱਚ ਪੈਸਾ ਲਗਾਉਣਾ ਸੇਫ ਹੁੰਦਾ ਹੈ, ਪਰ ਅਸਲ ਗੱਲ ਇਹ ਹੈ ਪੈਸਾ ਲਗਾਉਣਾ ਤਾਂ ਈਜ਼ੀ ਹੈ ਬਟ ਸਹੀ ਜਗ੍ਹਾ ਤੇ ਲਗਾਉਣਾ ਇੱਕ ਕਲੈਰਿਟੀ ਮੰਗਦਾ ਹੈ। ਅੱਜ ਕੱਲ੍ਹ ਬਹੁਤ ਲੋਕ ਇਨਵੈਸਟਮੈਂਟ ਦੇ ਡਿਸੀਜਨਸ ਟ੍ਰੈਂਡ ਦੇ ਹਿਸਾਬ ਨਾਲ ਲੈਂਦੇ ਨੇ ਤੇ ਬਾਅਦ ਵਿੱਚ ਕਾਫੀ ਲਾਸ ਫੇਸ ਕਰਦੇ ਨੇ। ਅੱਜ ਅਸੀਂ ਗੱਲ ਕਰਾਂਗੇ ਰੀਅਲ ਏਸਟੇਟ ਇਨਵੈਸਟਮੈਂਟਸ ਦੀ, ਕੀ ਚੀਜ਼ ਸਹੀ ਹੈ ਕੀ ਚੀਜ਼ ਗਲਤ ਹੈ। ਅੱਜ ਦੇ ਜੋ ਸਾਡੇ ਗੈਸਟ ਹੈ ਸਰਦਾਰ ਤਰੁਣਦੀਪ ਸਿੰਘ, ਫਾਊਂਡਰ ਆਫ ਆਈ ਫॉर ਇਨਵੈਸਟਰਸ, ਜੋ ਕਿ ਗਰਾਊਂਡ ਲੈਵਲ ਤੇ ਰੀਅਲ ਏਸਟੇਟ ਮਾਰਕੀਟ ਨੂੰ ਸਮਝਦੇ ਨੇ। ਆਈਏ ਅਸੀਂ ਜਾਣਦੇ ਹਾਂ ਉਹਨਾਂ ਤੋਂ ਕਿ ਅਸਲ ਵਿੱਚ ਰਾਈਟ ਇਨਵੈਸਟਮੈਂਟ ਹੁੰਦੀ ਕੀ ਹੈ। ਹਾਈ ਸਤਿ ਸ਼੍ਰੀ ਅਕਾਲ, ਮੇਰਾ ਨਾਮ ਸਰਦਾਰ ਤਰੁਣ ਹੈ ਐਂਡ ਅੱਜ ਮੈਂ ਮੁਸਕਾਨ ਸਪੀਕਸ ਦੇ ਪੋਡਕਾਸਟ ਤੇ ਆਇਆ ਐਂਡ ਆਈ ਐਮ ਵੈਰੀ ਪ੍ਰਿਵਿਲੇਜਡ ਦੈਟ ਮੁਸਕਾਨ ਇਨਵਾਈਟਡ ਮੀ ਹੇਅਰ। ਸੋ ਮੁਸਕਾਨ, ਕੀ ਮੇਰੇ ਤੋਂ ਜਾਣਨਾ ਚਾਹੋਗੇ? ਰੀਅਲ ਏਸਟੇਟ ਬਾਰੇ ਸੋ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ, ਜਿਵੇਂ ਰੀਅਲ ਏਸਟੇਟ 'ਚ ਇੰਨੀ ਚੇਂਜਸ ਆਉਂਦੇ ਰਹਿੰਦੇ ਆ ਬਹੁਤ ਫ੍ਰੀਕੁਐਂਟ, ਇਹ ਚੈਲੰਜਿੰਗ ਲੱਗਦਾ ਕਿ ਐਕਸਾਈਟਿੰਗ ਲੱਗਦਾ ਹੈ? ਨਹੀਂ, every industry has changes, so definitely it is very exciting. Sometimes we have to adapt to the new things. So ਮੈਨੂੰ ਲੱਗਦਾ ਹੈ ਕਿ ਹਰ ਇੱਕ ਇੰਡਸਟਰੀ 'ਚ ਹੁੰਦਾ, so is with real estate and we are all prepared for all these changes. ਕਿੱਦਾਂ ਕੋਪ ਅਪ ਕਿਵੇਂ ਕਰਦੇ ਹੋ ਅਗਰ ਤੁਹਾਨੂੰ ਲੱਗਦਾ ਕਿ ਲਾਸਸ ਵੀ ਫੇਸ ਕਰਨੇ ਪਏ ਨੇ ਤੁਹਾਨੂੰ? ਟੈਨਸ਼ਨ ਨਾ ਲੈ ਕੇ। ਤੁਹਾਨੂੰ ਯਾਦ ਹੈ ਤੁਸੀਂ ਪਹਿਲੀ ਡੀਲ ਕਦੋਂ ਕਲੋਜ਼ ਕਰੀ ਸੀ? ਹਾਂਜੀ, ਰੀਅਲ estate ਦੀ 2012 ਚ I started my journey. Yes, I remember the builder was from Noida where I closed my first deal. ਹਾਊ ਡਿਡ ਯੂ ਸਟਾਰਟਡ ਰੀਅਲ ਏਸਟੇਟ? ਯਾਰ ਆਈ ਲੈਫਟ ਮਾਈ ਜੋਬ, ਆਈ ਵਾਸ ਡੂਇੰਗ ਜੋਬ। ਫਿਰ ਕੀ ਕਹਿੰਦਾ ਬੰਦਾ ਜਦੋਂ ਕੁਝ ਨਹੀਂ ਕਰਦਾ ਵਿਹਲਾ ਹੁੰਦਾ ਤੇ ਪ੍ਰੋਪਰਟੀ 'ਚ ਪੈ ਜਾਂਦਾ। ਸੋ ਦੈਟ ਵਾਸ ਮਾਈ ਥਿੰਗ। ਕਿਸ ਚੀਜ਼ ਦੀ ਜੌਬ ਕਰ ਰਹੇ ਸੀਗੇ? I was into finance and banking. You ਓਕੇ। can say banking and insurance. Post my job thing, ਕੀੜਾ ਹੁੰਦਾ ਹਰ ਇੱਕ ਨੂੰ ਇੱਕ ਬਿਜ਼ਨਸਮੈਨ ਬਣਨ ਦਾ। ਸੋ ਮੈਨੂੰ ਵੀ ਸੀ। I have done CFP, Certified Financial Planner program. Then I had this commodities, stocks, things. ਉਸ ਤੋਂ ਬਾਅਦ slowly and gradually I entered myself into real estate ਤੇ ਵਧੀਆ ਸੀ ਜਰਨੀ ਬਹੁਤ ਜ਼ਿਆਦਾ। ਤੁਹਾਡਾ ਪ੍ਰੋਪਰ ਪ੍ਰੋਸੈਸ ਕੀ ਰਹਿੰਦਾ ਜੇ ਕਿਸੇ ਕਲਾਇੰਟ ਤੁਹਾਡੇ ਕੋਲ ਆ ਰਿਹਾ ਉਹਨੂੰ ਇਨਵੈਸਟਿੰਗ ਵਾਸਤੇ ਤੁਸੀਂ ਪ੍ਰੋਪਰ ਕਿਸ ਪੈਰਾਮੀਟਰਸ ਤੇ ਗਾਈਡ ਕਰਦੇ ਹੋ? ਪੈਰਾਮੀਟਰਸ ਪਲ ਐਂਡ ਕਰੈਕਸ ਕਲਾਇੰਟ ਸੈਂਟਰਿਕ ਰਹਿੰਦੇ ਆ ਕਿ ਜਿਹਦੀ ਜੋ ਜ਼ਰੂਰਤ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਉਹਨੂੰ ਉਹਦੀ ਜ਼ਰੂਰਤ ਦੇ ਅਕੋਰਡਿੰਗ ਚੀਜ਼ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਮੋਸਟ ਆਫ ਦਾ ਟਾਈਮਸ ਵੀ ਗੋਟ ਸਕਸੈਸਫੁਲ ਇਨ ਦੈਟ, ਬਟ ਸਮ ਟਾਈਮ ਜਦੋਂ ਕਲਾਇੰਟ ਦੀ ਜ਼ਰੂਰਤ ਕੁਛ ਔਕਵਰਡ ਜੀ ਹੁੰਦੀ ਹੈ, ਫੋਰ ਐਗਜ਼ਾਮਪਲ ਕਿ ਉਹਨੂੰ ਚਾਹੀਦਾ ਇੱਕ ਵਿਲ ਹੈ ਬਟ ਉਹਦਾ ਬਜਟ ਜਿਹੜਾ ਹੈਗਾ ਉਹ ਬਹੁਤ ਘੱਟ ਹੈ, ਫਿਰ ਵੀ ਗਿਵ ਦੈਮ ਕੰਸਲਟੇਸ਼ਨ ਕਿ ਨਹੀਂ ਇਸ ਬਜਟ 'ਚ ਇਹ ਚੀਜ਼ ਹੋਏਗੀ। ਜਾਂ ਫੋਰ ਐਗਜ਼ਾਮਪਲ ਅੱਜ ਕੱਲ੍ਹ ਜਿਵੇਂ ਲੋਕਾਂ ਨੂੰ ਹੁੰਦਾ ਪ੍ਰੀ ਲਾਂਚ ਹੈ ਜੀ 2 ਮਹੀਨੇ 'ਚ ਐਗਜ਼ਿਟ ਲੈਣਾ, 6 ਮਹੀਨੇ 'ਚ ਲੈਣਾ। ਸੋ ਅਸੀਂ ਉਹਨਾਂ ਨੂੰ ਉੱਥੇ ਆਪਣੇ ਵੈਲਿਊ ਐਡਸ ਕਰਦੇ ਕਿ ਨਹੀਂ ਤੁਹਾਨੂੰ ਲੌਂਗ ਟਰਮ ਰਹਿਣਾ ਪਏਗਾ ਤੇ ਇਹ ਚੀਜ਼ਾਂ ਕਰਨੀਆਂ ਪੈਣਗੀਆਂ। ਫਿਰ ਆਪਾਂ ਉਹਨਾਂ ਨੂੰ ਥੋੜ੍ਹੀ ਆਪਣੀ ਐਡ ਔਨਸ ਦਿੰਦੇ ਹਾਂ। ਤੁਹਾਨੂੰ ਲੱਗਦਾ ਲੋਕ ਬਿਨਾਂ ਰਿਸਰਚ ਤੋਂ ਹੀ ਆ ਜਾਂਦੇ ਇਨਵੈਸਟ ਕਰਨ ਤੇ ਉਹਦੇ ਨਾਲ ਉਹਨਾਂ ਨੂੰ ਬਾਅਦ ਸਟਰਗਲਸ ਹੁੰਦੇ ਆ? ਕੋਈ ਵੀ ਇਨਵੈਸਟਰ ਹੈ ਉਹ ਕਦੀ ਰਿਸਰਚ ਨਹੀਂ ਕਰਦਾ। ਰਿਸਰਚ Okay. ਕਰਨਾ ਸਾਡੇ ਵਰਗੇ ਪ੍ਰੋਫੈਸ਼ਨਲ ਬੰਦਿਆਂ ਦਾ ਕੰਮ ਹੈ। ਸੋ ਇੱਥੇ ਸਾਡੇ ਵਰਗੇ ਬੰਦੇ ਦੀ ਡਿਊਟੀ ਹੈ ਕਿ ਅਸੀਂ ਆਪਣੀ ਰਿਸਰਚ ਇੰਨੀ ਕੁ ਸਟਰੋਂਗ ਕਰੀਏ ਕਿ ਸਾਡੇ ਕੋਲ ਕੋਈ ਵੀ ਇਨਵੈਸਟਰ ਕੋਈ ਵੀ ਸਿਚੁਏਸ਼ਨ ਲੈ ਕੇ ਆਏ ਅਸੀਂ ਉਹਨੂੰ ਪ੍ਰੋਫੈਸ਼ਨਲੀ ਤੇ ਤਰੀਕੇ ਦੇ ਨਾਲ ਐਡਰੈਸ ਕਰੀਏ ਤਾਂ ਕਿ ਉਹਦਾ ਵੀ ਕੋਈ ਨੁਕਸਾਨ ਨਾ ਹੋਏ ਤੇ ਇਟ ਸ਼ੁੱਡ ਬੀ ਅ ਵਿਨ-ਵਿਨ ਸਿਚੁਏਸ਼ਨ ਐਟ ਦ ਐਂਡ ਆਫ ਦ ਡੇ। ਰੀਅਲ ਏਸਟੇਟ ਦੇ ਇਨਵੈਸਟਮੈਂਟ ਦੇ ਮੇਨ ਪੈਰਾਮੀਟਰਸ ਕਿਹੜੇ-ਕਿਹੜੇ ਨੇ? You have to give time to real estate. That is the only parameter in real estate. See if we are finding some, for example, location, builder, credibility, ਇਹ ਸਭ ਦੇ ਬੇਸਿਸ ਤੇ ਲਾਈਕ ਕੀ ਚੀਜ਼ਾਂ ਤੁਸੀਂ ਚੈੱਕ ਕਰਦੇ ਹੋ? Primarily safety. ਓਕੇ। ਤੁਹਾਡਾ ਬਹੁਤ ਅੱਛਾ ਪ੍ਰੋਜੈਕਟ ਹੋਏ, ਬਹੁਤ ਪ੍ਰਾਈਮ ਲੋਕੇਸ਼ਨ ਤੇ, ਬਟ ਅਗਰ ਬਿਲਡਰ ਕੋਲ ਪੈਸਾ ਹੀ ਨਹੀਂ ਹੈਗਾ, ਫਾਈਨੈਂਸਿਸ ਨਹੀਂ ਹੈਗੇ, ਪ੍ਰੋਜੈਕਟ ਫਲੋਪ ਹੋ ਜੇ, ਦੇਰ ਇਜ਼ no point of location, no point of what builder is making. At the end of the day, safety comes first. How do you verify that? We check the financials and ਅਸੀਂ ਵੀ ਉਹ ਸਿੱਖਦੇ ਹਾਂ। that is a process of our learning. ਇਹ ਨਹੀਂ ਕਿ ਅਸੀਂ day one ਤੋਂ ਸਿੱਖ ਸਿਖਾਏ ਆਏ ਹਾਂ। we have committed hell lot of mistakes. ਅਸੀਂ ਆਪਣੇ failures ਤੋਂ ਬੜਾ ਕੁਝ ਸਿੱਖੇ ਹਾਂ। ਸੋ ਬਿਲਡਰ ਦੇ financials ਚੈੱਕ ਕਰਨੇ, ਫੋਰ ਐਗਜ਼ਾਮਪਲ ਕਿ ਅਸੀਂ ਇਹ ਚੈੱਕ ਕਰਨਾ ਕਿ ਜਿਹੜੀ ਲੈਂਡ ਤੇ ਪ੍ਰੋਜੈਕਟ ਆ ਰਿਹਾ ਉਹ ਬਿਲਡਰ ਦੀ ਸੈਲਫ ਓਨਡ ਲੈਂਡ ਹੈ ਵੀ ਹੈ ਕਿ ਨਹੀਂ ਹੈ। ਓਕੇ। ਅਗਰ ਉਹ ਗਮਾਡਾ ਵੱਲੋਂ ਲੈਂਡ ਲਿੱਤੀ ਹੈ ਕਿ ਉਹਦੀ ਪੇਮੈਂਟਾਂ ਟਾਈਮ ਸਿਰ ਜਾ ਰਹੀਆਂ ਹੈ ਕਿ ਨਹੀਂ ਜਾ ਰਹੀਆਂ। ਸੋ ਇਹ ਛੋਟੀ ਛੋਟੀ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਨੂੰ ਦੇਖਣੀਆਂ ਪੈਂਦੀਆਂ। ਤੁਹਾਨੂੰ ਨਹੀਂ ਲੱਗਦਾ ਜ਼ਿਆਦਾਤਰ ਕਲਾਇੰਟਸ ਅੱਜ ਕੱਲ੍ਹ ਉੱਦਾਂ ਹੁੰਦਾ ਕਿ ਇੱਧਰੋਂ ਸੁਣ ਲਿਆ ਉੱਧਰੋਂ ਸੁਣ ਲਿਆ ਫਿਰ ਆਪਾਂ ਇੱਥੇ ਇਨਵੈਸਟ ਕਰੀਏ ਜਾਂ ਕਿਸੇ ਨੇ ਕਹਿ ਤਾ ਤਾਂ ਇਨਵੈਸਟ ਕਰੀਏ? ਸਾਡੇ ਕੋਲ ਬਹੁਤ ਇਹੋ ਜਿਹੇ ਕਲਾਇੰਟਸ ਆਉਂਦੇ ਨੇ ਜਿਹੜੇ ਕਹਿੰਦੇ ਨੇ ਕਿ
ਤੁਸੀਂ ਪੈਸੇ ਦਿਓ ਐਂਡ 3 ਮਹੀਨਿਆਂ 'ਚ ਦੱਸੋ ਕਿੰਨੇ ਬਣ ਜਾਣਗੇ, 6 ਮਹੀਨਿਆਂ 'ਚ ਕਿੰਨੇ ਬਣ ਜਾਣਗੇ। ਪਹਿਲੀ ਗੱਲ ਤਾਂ ਨੋ ਵਨ ਇਜ਼ ਹੇਅਰ ਟੂ ਟੈਲ ਯੂ ਕਿ ਕਿੰਨੇ ਬਣਨਗੇ ਐਗਜ਼ੈਕਟਲੀ। ਐਂਡ ਅਸੀਂ ਪਹਿਲਾਂ ਇਹੋ ਜਿਹੇ ਕਲਾਇੰਟਸ ਐਂਟਰਟੇਨ ਕਰਦੇ ਸੀ, ਬਟ ਫਰੋਮ ਦ ਲਾਸਟ 2 ਇਅਰਸ ਵੀ ਆਰ ਨੋਟ ਐਂਟਰਟੇਨਿੰਗ ਦੋਜ਼ ਕਲਾਇੰਟਸ। ਅਸੀਂ ਹਮੇਸ਼ਾ ਇੱਕੋ ਰੂਲ ਰੱਖਿਆ ਹੈ ਕਿ ਰੀਅਲ ਏਸਟੇਟ ਦੇ ਵਿੱਚ ਯੂ ਹੈਵ ਟੂ ਬੀ ਲੌਂਗ ਟਰਮ। ਅਗਰ ਤੁਸੀਂ 3-6 ਮਹੀਨੇ ਵਾਸਤੇ, ਸਾਲ ਵਾਸਤੇ ਆ ਰਹੇ ਹੋ, ਮਾਈ ਕੰਪਨੀ ਵਿਲ ਨੋਟ ਐਂਟਰਟੇਨ ਯੂ। ਐਸੇ ਕੇਸਿਸ ਵੀ ਆਉਂਦੇ ਜ਼ਿਆਦਾਤਰ ਕਿ ਜਿੱਥੇ ਹਾਈਕ ਬਹੁਤ ਜ਼ਿਆਦਾ ਹੁੰਦੀ ਹੈ ਬਟ ਐਕਚੁਅਲ ਵੈਲਿਊ ਕੁਝ ਵੀ ਨਹੀਂ ਨਿਕਲਦੀ ਪ੍ਰੋਜੈਕਟ ਦੀ। For example, there is a project, I'll name the project WTC World Trade Center, which is on a main highway, airport ਚੌਂਕ ਦੇ ਉੱਤੇ ਹੈਗਾ and WTC is a brand globally, but ਇੱਥੇ ਪਿਟ ਗਿਆ unfortunately because that was with wrong hands। ਮਤਲਬ ਕੀ ਉਹ ਮਿਸਟੇਕ ਸੀ? ਡਿਵੈਲਪਰ ਦੇ ਫਾਈਨੈਂਸ਼ੀਅਲਸ ਸੈੱਟ ਨਹੀਂ ਸੀ ਤੇ ਉਹ ਗਮਾਡਾ ਦੀਆਂ ਪੇਮੈਂਟਾਂ ਨਹੀਂ ਦੇ ਪਾਏ ਸੋ ਉਸ ਕਰਕੇ ਕਾਫੀ ਨੁਕਸਾਨ ਹੋਇਆ ਲੋਕਾਂ ਨੂੰ ਐਂਡ ਇਹ ਚੀਜ਼ਾਂ ਨੇ ਜਿਹੜਾ ਸਾਨੂੰ ਸਿੱਖਣੀਆਂ ਚਾਹੀਦੀਆਂ। ਪੀਪਲ ਲਾਈਕ ਮੀ ਜਿਹੜੇ ਰੀਅਲ estate ਕਰ ਰਹੇ ਨੇ, rather than doing blogging they should actually learn ਕਿ ਕਿਹੜੀ ਕੀ ਡੂਜ਼ ਐਂਡ ਡੋਂਟਸ ਨੇ ਰੀਅਲ estate 'ਚ। ਪਹਿਲਾਂ ਸਾਨੂੰ ਸਾਡੀ ਕਲੈਰਿਟੀ ਹੋਏ ਤਾਂ ਹੀ ਅਸੀਂ ਕਲਾਇੰਟਸ ਨੂੰ ਕਲੈਰਿਟੀ ਦੇ ਪਾਵਾਂਗੇ। ਤੁਸੀਂ ਆਪਣਾ ਹੋਮਵਰਕ ਕਰਦੇ ਹੋ ਪਹਿਲਾਂ ਬਿਲਡਰ ਨੂੰ ਲੈ ਕੇ? ਅਸੀਂ ਡੈਫੀਨੇਟਲੀ ਆਪਾਂ ਪ੍ਰੋਪਰ ਹੋਮਵਰਕ ਕਰਦੇ ਹਾਂ ਬਿਲਡਰ ਨੂੰ ਲੈ ਕੇ, ਦੈਨ ਓਨਲੀ ਵੀ ਰਿਪਰੈਜ਼ੈਂਟ ਥਿੰਗਸ ਇਨ ਦ ਮਾਰਕੀਟ। ਆਪਣਾ ਟਰਾਈ ਸਿਟੀ ਤੇ ਪੰਜਾਬ ਦੇ ਬੇਸਿਸ ਤੇ ਜ਼ਿਆਦਾਤਰ ਹੋਲਡ ਆਪਣਾ ਇਨਵੈਸਟਮੈਂਟ ਲੌਂਗ ਟਰਮ ਦੇਖਦੇ ਆ ਕਿ ਸ਼ਾਰਟ ਟਰਮ ਦੇਖਦੇ ਆ? ਦੇਖੋ ਹੁਣ ਤੇ ਟ੍ਰੈਂਡ ਸਾਰੇ ਲੌਂਗ ਟਰਮ ਹੀ ਦੇਖਣਾ ਸ਼ੁਰੂ ਹੋ ਗਏ ਨੇ। ਰੀਅਲ estate ਐਸੈਟ ਜਿਹੜਾ ਹਮੇਸ਼ਾ ਲੌਂਗ ਟਰਮ ਐਸੈਟ ਹੀ ਰਿਹਾ ਹੈ ਬਿਕੋਜ਼ ਰੀਅਲ estate ਐਸੈਟ ਦਾ ਇੱਕ ਡਰੋਬੈਕ ਹੈ, ਕਦੀ ਲਿਕੁਇਡ ਨਹੀਂ ਹੁੰਦਾ ਟਾਈਮ ਸਿਰ। ਲਿਕੁਇਡ ਤਾਂ ਭਾਵੇਂ ਕਿ ਅਗਰ ਤੁਹਾਡੇ ਕੋਲ ਅੱਜ ਬੈਂਕ FD ਹੋਏ, ਗੋਲਡ ਹੋਏ, ਮਿਊਚੁਅਲ ਫੰਡਸ ਹੋਣ, ਤੁਹਾਨੂੰ ਅੱਜ ਅਗਰ ਪੈਸੇ ਦੀ ਲੋੜ ਹੈ ਤੁਸੀਂ ਉਹਨੂੰ ਕੱਲ ਬ੍ਰੇਕ ਕਰਾ ਸਕਦੇ ਹੋ। ਬਟ ਰੀਅਲ estate ਅਗਰ ਤੁਹਾਡੇ ਕੋਲ 10 ਕਰੋੜ ਦਾ ਵੀ ਐਸੈਟ ਹੈ, ਤੁਹਾਨੂੰ ਅੱਜ ਪੈਸੇ ਦੀ ਲੋੜ ਤੁਸੀਂ ਕੱਲ ਬ੍ਰੇਕ ਨਹੀਂ ਕਰਾ ਸਕਦੇ। ਸੋ ਇਹ ਰੀਅਲ estate ਦਾ ਡਰੋਬੈਕ ਹੈ ਬਿਕੋਜ਼ that is not a liquid asset, that's why we keep it for a long term। ਐਂਡ ਇਹਦਾ ਸਭ ਤੋਂ ਵੱਡਾ ਕੀ ਹੈ ਕਿ ਤੁਸੀਂ ਪੁਰਾਣੀ ਐਗਜ਼ਾਮਪਲਾਂ ਕਿਤੇ ਦੇਖ ਲਓ, ਤੁਸੀਂ ਆਪਣੇ ਪੇਰੈਂਟਸ ਨਾਲ ਗੱਲ ਕਰੋ ਜਾਂ ਆਪਣੇ ਗ੍ਰੈਂਡ ਪੇਰੈਂਟਸ ਨਾਲ ਗੱਲ ਕਰੋ, ਕਹਿਣਗੇ ਜੀ ਪਹਿਲਾਂ ਰੇਟ ਇੱਥੇ ਇਹ ਸੀ ਹੁਣ ਇਹ ਹੈ। ਸੋ ਦਿਸ ਇਜ਼ ਦ ਮੈਜਿਕ ਆਫ ਰੀਅਲ estate। ਆਈ ਸਟਿਲ ਰਿਮੈਂਬਰ ਐਰੋਸਿਟੀ ਜਦੋਂ ਨਵੀਂ ਸਟਾਰਟ ਹੋਈ ਸੀ, 2-3 ਸਾਲ ਰੇਟ ਹੀ ਨਹੀਂ ਵਧੇ ਸੀ, 16,000-17,000 ਰੁਪਏ ਗੱਜ ਤੇ ਪਲੋਟ ਵਿਕਦੇ ਪਏ ਸੀ। ਪੀਪਲ ਗੋਟ ਪੈਨਿਕ ਕਿ ਯਾਰ ਇੱਥੇ ਤਾਂ ਰੇਟ ਹੀ ਨਹੀਂ ਵਧ ਰਹੇ ਹੁਣ ਇਹੋ ਜਿਹੇ ਵਧਣੇ ਸ਼ੁਰੂ ਹੋਏ ਨੇ ਕਿ ਹੁਣ ਇਨ ਅ ਸਪੈਨ ਆਫ 7-8 years ਦੇ ਹੈਵ ਟੱਚ ਟੂ 1.25 lakhs ਐਂਡ ਔਰ ਈਵਨ 1.5 ਲੱਖ ਰੁਪਏ ਗੱਜ ਵੀ ਉੱਥੇ ਚੱਲ ਰਹੇ। ਅੱਜ ਕੱਲ੍ਹ ਇਨਵੈਸਟਰਸ ਐਗਜ਼ਿਟ ਲੈਣ ਦਾ ਪਹਿਲਾਂ ਹੀ ਸੋਚ ਲੈਂਦੇ ਆ ਬਿਫੋਰ ਇਨਵੈਸਟਿੰਗ, ਤੇ ਉਹ ਸਟ੍ਰੈਟਜੀ ਹੈ ਕਿ ਪੈਨਿਕ ਹੈ? ਡੈਫੀਨੇਟਲੀ ਦੈਟ ਇਜ਼ ਅ ਪੈਨਿਕ ਥਿੰਗ। ਮੈਨੂੰ ਲੱਗਦਾ ਹੈ ਕਿ ਜਿੰਨਾ ਤੁਸੀਂ ਲੰਬਾ ਟਾਈਮ ਤੁਸੀਂ ਉਹ ਵਾਲੇ ਫੰਡਸ ਰੀਅਲ estate 'ਚ ਲਗਾਓ ਜਿੱਥੇ ਤੁਸੀਂ ਉਹ ਪੈਸੇ ਨੂੰ ਲੰਬਾ ਲੈ ਕੇ ਜਾਓਗੇ। ਤੁਸੀਂ ਉਹ ਫੰਡਸ ਬਿਲਕੁਲ ਨਾ ਲਗਾਓ ਜਿਹੜੇ ਤੁਸੀਂ ਸੋਚਦੇ ਕਿ ਮੈਂ ਅੱਜ ਲਗਾ ਰਿਹਾ ਤੇ ਮੈਨੂੰ ਸਾਲ ਬਾਅਦ 1.5 ਸਾਲ ਬਾਅਦ ਮੈਨੂੰ ਕਿਤੇ ਹੋਰ ਯੂਟਿਲਾਈਜ਼ ਕਰੂੰਗਾ। ਜਿਹੜੇ ਪ੍ਰੀ ਲਾਂਚ 'ਚ ਇਨਵੈਸਟ ਕਰਦੇ ਆ ਉਹ ਅਗਰ ਅਰਲੀ ਐਂਟਰੀ ਦਿੰਦੇ ਪ੍ਰੋਫਿਟੇਬਲ ਹੁੰਦਾ? ਯੈਸ ਡੈਫੀਨੇਟਲੀ ਪ੍ਰੀ ਲਾਂਚ ਵਿੱਚ ਅਗਰ ਤੁਸੀਂ ਕਰਦੇ ਹੋ ਉਹ ਪ੍ਰੋਫਿਟੇਬਲ ਰਹਿੰਦਾ, ਬਟ ਦੇਰ ਆਰ ਸਰਟਨ ਟਰਮਸ ਐਂਡ ਕੰਡੀਸ਼ਨ ਕਿ ਜਿਸ ਡਿਵੈਲਪਰ ਦੇ ਨਾਲ ਕਰ ਰਹੇ ਹੋ ਉਹਨਾਂ ਦੇ ਫਾਈਨੈਂਸ਼ੀਅਲਸ ਚੈੱਕ ਕਰਨੇ ਬਹੁਤ ਇੰਪੋਰਟੈਂਟ ਹੈ। ਜਿਸ ਲੈਂਡ 'ਚ ਕਰ ਰਹੇ ਹੋ ਉਹਨਾਂ ਦੀ ਲੈਂਡ ਦੇ ਟਾਈਟਲ ਚੈੱਕ ਕਰਨੇ ਕਿ ਉਹ ਫੁੱਲੀ ਰਜਿਸਟਰਡ ਹੈ ਵੀ ਹੈ ਨਹੀਂ, ਉਹ ਬਹੁਤ ਇੰਪੋਰਟੈਂਟ ਹੈ। ਸੋ ਸਿਰਫ ਬ੍ਰਾਂਡ ਦੇ ਨਾਮ ਤੇ ਆ ਕੇ ਕਰਨਾ ਇਨ ਰੀਅਲ estate ਦੇਰ ਇਜ਼ ਨੋ ਬ੍ਰਾਂਡ। ਬਹੁਤ ਵੱਡੇ ਨਾਮ ਨੇ, JP ਵਰਗੇ, ਅਮਰਪਾਲੀ ਵਰਗੇ ਜਾਂ ਹੋਰ ਬਹੁਤ ਵੱਡੇ ਨਾਮ ਨੇ ਜਿਹੜੇ ਇੱਕ ਟਾਈਮ ਦੇ ਉੱਤੇ ਬਹੁਤ ਵੱਡਾ ਬ੍ਰਾਂਡ ਸੀ ਐਂਡ ਰਾਤੋਂ ਰਾਤ ਗਾਇਬ ਹੋ ਗਏ। ਸੋ ਅਗਰ ਅੱਜ ਰੀਅਲ estate ਦੇ ਵਿੱਚ ਇੱਕ ਡਿਵੈਲਪਰ ਕੋਈ ਵੀ ਪ੍ਰੋਮਿਸਿਸ ਕਰਦਾ ਹੈ, ਡੋਂਟ ਕੰਸੀਡਰ देयर ਪਾਸਟ ਐਕਸਪੀਰੀਐਂਸਿਸ। ਦੇ ਮਾਈਟ ਹੈਵ ਡਿਲੀਵਰਡ 50 ਓਡ ਪ੍ਰੋਜੈਕਟਸ ਬਟ ਉਹਦੀ ਕੋਈ ਗਰੰਟੀ ਨਹੀਂ ਅਗਰ ਉਹਨਾਂ ਨੇ ਪਹਿਲਾਂ 50 ਪ੍ਰੋਜੈਕਟ ਡਿਲੀਵਰ ਕੀਤੇ ਹੈ, 51 ਪ੍ਰੋਜੈਕਟ ਵੀ ਉਹ ਡਿਲੀਵਰ ਕਰਨਗੇ। ਆਲਵੇਜ਼ ਚੈੱਕ देयर ਫਾਈਨੈਂਸ਼ੀਅਲਸ, ਦੈਟਸ ਦ ਗੋਲਡਨ ਰੂਲ। ਸੋ ਯੂ ਸੇ ਕਿ ਅਗਰ ਕਿਸੇ ਦੀ ਹਿਸਟਰੀ ਅੱਛੀ ਉਹ ਮੈਟਰ ਨਹੀਂ ਕਰਦਾ, ਜੋ ਕਰੰਟ ਪ੍ਰੋਜੈਕਟ ਤੁਸੀਂ ਇਨਵੈਸਟ ਕਰੋ ਉਹਨੂੰ ਚੈੱਕ ਕਰੋ, ਚਾਹੇ ਜਿੰਨੀ ਮਰਜ਼ੀ ਕ੍ਰੈਡੀਬਿਲਿਟੀ ਹੋਏ ਕਿਸੇ ਦੀ। ਤੇ ਮਾਰਕੀਟ ਸਾਈਕਲ ਸਮਝਣਾ ਕਿੰਨਾ ਜ਼ਰੂਰੀ ਹੈ? ਵਾਟ ਇਜ਼ ਅ ਮਾਰਕੀਟ ਸਾਈਕਲ ਆਫ ਰੀਅਲ estate? ਕੀ ਚੇਨ ਕੀ ਹੈ ਪ੍ਰੋਪਰ ਅਗਰ ਦੇਖੀਏ? ਕੋਈ ਰਾਕਟ ਸਾਇੰਸ ਨਹੀਂ ਹੈ ਰੀਅਲ estate ਇਜ਼ ਆਲ ਅਬਾਊਟ ਮਿੰਟਿੰਗ ਮਨੀ। ਅਗਰ ਅੱਜ ਤੁਹਾਨੂੰ ਲੱਗਦਾ ਕਿ ਮੈਂ ਰੀਅਲ estate 'ਚ ਐਂਟਰ ਕਰਨਾ ਚਾਹੁੰਦੀ ਹਾਂ, ਮੇਰੇ ਕੋਲ ਸਿਰਫ 4-5 ਲੱਖ ਰੁਪਏ ਹੈ, ਦੇਰ ਇਜ਼ ਅ ਪ੍ਰੋਪਰਟੀ ਫॉर ਯੂ ਐਜ਼ ਵੈਲ। ਕੋਈ ਬੰਦਾ ਕਹਿੰਦਾ ਕਿ ਮੇਰੇ ਕੋਲ 2 ਕਰੋੜ ਹੈ, ਦੇਰ ਇਜ਼ ਅ ਪ੍ਰੋਪਰਟੀ ਫॉर them ਐਜ਼ ਵੈਲ। ਸੋ ਰੀਅਲ estate ਨੂੰ ਸਮਝਣਾ, ਉਹਦੀ ਮਾਰਕੀਟ ਸਾਈਕਲ, ਦੈਟ ਹਾਰਡਲੀ ਮੇਕਸ ਅ ਡਿਫਰੈਂਸ ਬਿਕੋਜ਼ ਐਟ ਦ ਐਂਡ ਆਫ ਦ ਡੇ ਤੁਹਾਡਾ ਜੋ ਬਜਟ ਹੈ ਤੁਸੀਂ ਉਹ ਲੈ ਕੇ ਆਓਗੇ ਤੇ ਉਹਦੇ ਬੇਸਿਸ ਤੇ ਵੀ ਕੈਨ ਕਿਊਰੇਟ ਪ੍ਰੋਪਰਟੀਜ਼ ਫॉर ਯੂ। ਐਂਡ ਤੁਸੀਂ ਜਿਸ ਮਰਜ਼ੀ ਬਜਟ ਤੇ ਚੀਜ਼ ਲੈ ਕੇ ਆਓ, ਯੂ ਵਿਲ ਐਕਚੁਅਲੀ ਐਟ ਦ ਐਂਡ ਆਫ ਦ ਡੇ ਵਿਲ ਮੇਕ ਪ੍ਰੋਫਿਟਸ ਅਗਰ ਤੁਸੀਂ ਉਹਨੂੰ 4-5 ਸਾਲ ਦਾ ਟੈਕ ਮਿਨੀਮਮ ਦੇ ਕੇ ਚੱਲਦੇ ਹੋ ਤੇ। ਫਸਟਲੀ ਥੋੜਾ ਜਿਹਾ ਆਪਣੀ ਕੰਪਨੀ ਬਾਰੇ ਦੱਸੋ ਰੀਅਲ estate ਦੀ, ਐਂਡ ਡਸ ਯੋਰ ਕੰਪਨੀ ਆਲਸੋ ਹੈਲਪ ਇਨ अर्ਲੀ ਇਨਵੈਸਟਮੈਂਟਸ, ਜਾਂ ਫਿਰ ਜਿਵੇਂ ਤੁਸੀਂ ਕਹਿ ਰਹੇ ਹੋ ਕਿਸੇ ਦਾ ਘੱਟ ਬਜਟ ਹੈ ਜਾਂ ਵੱਧ ਬਜਟ ਹੈ, ਕਿ ਤੁਸੀਂ ਇੱਕ ਪਰਟੀਕੁਲਰ ਬਜਟ ਨਾਲ ਹੀ ਕੰਮ ਕਰਦੇ ਹੋ? ਸੋ ਆਈ ਫॉर ਇਨਵੈਸਟਰਸ ਨਾਮ ਦੀ ਕੰਪਨੀ ਹੈ ਮੇਰੀ। It's been 12 odd years we are into this system and we have successfully traded I think more than 21 lakh square foot of area including residential and commercial. So we have a core expertise for Tri-City residential and commercial properties. Price bracket we're dealing with purely depends upon the price what client wants to pay. ਜਿਵੇਂ ਤੁਸੀਂ ਕਿਹਾ ਕਿ ਅਗਰ So ਅਗਰ ਕੋਈ ਤੁਸੀਂ ਇਨੀਸ਼ੀਅਲ ਇਨਵੈਸਟਮੈਂਟ ਕਰ ਰਿਹਾ ਹੈ 4-5 ਲੱਖ ਵਾਲਾ, yes ਅਗਰ ਕੋਈ client ਹੈ ਜਿਹੜਾ ਕਹਿੰਦਾ ਕਿ ਮੈਂ 4-5 ਲੱਖ ਰੁਪਏ ਮੇਰੇ ਕੋਲ ਕੈਸ਼ ਇਨ ਹੈਂਡ ਹੈ ਬਟ ਆਈ ਰੀਅਲੀ ਵਾਂਟ ਟੂ ਟੇਕ ਅ ਗੁੱਡ ਪ੍ਰੋਪਰਟੀ, ਵੀ ਡੂ ਹੈਵ ਪ੍ਰੋਪਰਟੀ ਫॉर them। ਅਗਰ ਕੋਈ ਕਲਾਇੰਟ ਹੈ ਜਿਹੜਾ ਕਹਿੰਦਾ ਕਿ ਮੈਂ ਕੁਝ ਵੱਡਾ ਪ੍ਰੋਜੈਕਟ ਲੈਣਾ ਚਾਹੁੰਦਾ, ਕੋਈ ਬਿਗ
chunk of land ਲੈਣਾ ਚਾਹੁੰਦਾ for a project, we do have a product for them as well. So ਲੋਕ ਆਰਓਆਈ ਨੂੰ ਕਿੰਨਾ ਕੁ ਸਮਝਦੇ ਆ? ਡੈਫੀਨਿਟਲੀ ਲੋਕ ਆਰਓਆਈ ਨੂੰ ਸਮਝਦੇ ਨੇ, ਲੋਕ ਇਹ ਸਮਝਦੇ ਨੇ ਕਿ ਯਾਰ ਫੋਰਚੂਨਸ ਰੀਅਲ ਏਸਟੇਟ ਤੋਂ ਹੀ ਬੰਦੇ ਨੇ, ਦੈਟਸ ਵਾਈ ਪੀਪਲ ਆਰ ਇਨਵੈਸਟਿੰਗ ਇਨ ਰੀਅਲ ਏਸਟੇਟ। ਟਰਾਈ ਸਿਟੀ ਮਾਰਕੀਟ ਐਸ ਪਰ ਮਾਈ ਨੌਲੇਜ, ਮੇਰੇ ਫਿਗਰਸ ਸ਼ਾਇਦ ਗਲਤ ਵੀ ਹੋ ਜਾਣ, 2500 ਕਰੋੜ ਦਾ ਬਿਜ਼ਨਸ ਹਰ ਮਹੀਨੇ ਕਰ ਰਹੀ ਹੈ। ਓਕੇ। ਸੋ ਇਟ ਮੀਨਸ ਕਿ ਪੀਪਲ ਆਰ ਦੇ ਰੀਅਲੀ ਅੰਡਰਸਟੈਂਡ ਰੀਅਲ ਏਸਟੇਟ ਆਫ ਟਰਾਈ ਸਿਟੀ। ਡਾਇਵਰਸਿਫਿਕੇਸ਼ਨ ਕਿੰਨੀ ਕੁ ਇੰਪੋਰਟੈਂਟ ਹੈ ਰੀਅਲ ਏਸਟੇਟ 'ਚ? ਡਿਪੈਂਡਸ, ਅਗਰ ਤੁਹਾਡੇ ਕੋਲ ਠੀਕ ਠਾਕ ਫੰਡਸ ਨੇ ਤੁਸੀਂ ਡਾਇਵਰਸੀਫਾਈ ਕਰ ਸਕਦੇ ਹੋ, ਬਟ ਇਟ ਇਜ਼ ਨੋਟ ਦੈਟ ਮਚ ਇੰਪੋਰਟੈਂਟ ਜਿਵੇਂ ਅਸੀਂ ਮਿਊਚੁਅਲ ਫੰਡਸ ਵਿੱਚ ਜਾਂ ਬਾਕੀ ਅਦਰ ਐਸੈਟਸ ਕਲਾਸ ਵੀ ਸੋਚਦੇ ਹਾਂ ਕਿ ਨਹੀਂ ਇੱਕੋ ਡੋਂਟ ਪੁੱਟ ਆਲ ਯੂਰ ਐਗਸ ਇਨ ਵਨ ਬਾਸਕਟ, ਦੈਟ ਹਾਰਡਲੀ ਅਪਲਾਈਜ਼ ਇਨ ਰੀਅਲ ਏਸਟੇਟ। ਸੋ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਹੁਣ ਮੰਨ ਲਓ ਕਿ ਇੱਕ ਮੇਰੇ ਵਰਗਾ ਬੰਦਾ ਉਹ ਕਹਿੰਦਾ ਜੀ ਮੈਂ ਇੱਕ ਸਿੰਪਲ ਅਪਾਰਟਮੈਂਟ 3 BHK ਲੈਣਾ ਚਾਹੁੰਦਾ, ਅਤੇ ਫॉर ਮੀ ਬੀ ਮੇਰਾ 1 ਕਰੋੜ ਦਾ ਬਜਟ ਹੋਏ, ਹੁਣ ਮੈਂ ਇੱਕੋ ਚੀਜ਼ ਹੀ ਲੈ ਪਾਊਂਗਾ। ਐਂਡ ਸੇਮ ਕੋਈ ਹੋਰ ਕਲਾਇੰਟ ਹੋਏ ਜਿਹੜਾ ਕਹਿੰਦਾ ਮੈਂ 10 ਕਰੋੜ ਦਾ ਇੱਕ ਵਿਲਾ ਲੈਣਾ ਚਾਹੁੰਦਾ, ਐਂਡ ਉਹ ਵੀ ਇੱਕੋ ਵਿਲਾ ਲੈ ਸਕਦਾ। ਸੋ ਇਹਦਾ ਮਤਲਬ ਇਹ ਨਹੀਂ ਜਿਹੜਾ 10 ਕਰੋੜ ਆ ਉਹ ਇੱਕ ਕਰੋੜ ਦੇ 10 ਅਲੱਗ-ਅਲੱਗ ਅਪਾਰਟਮੈਂਟਸ ਲੈ ਲੇ। ਸੋ ਇਟਸ ਨੋਟ ਐਪਲੀਕੇਬਲ ਇਨ ਰੀਅਲ ਏਸਟੇਟ। ਸੋ the only thing applicable is choose a good property, invest for a long term and see the profits. ਡੂ ਯੂ ਬਲੀਵ ਇਨ ਇਨਸਟਿੰਕਟ ਵਾਈਜ਼ ਕਿ ਮੈਨੂੰ ਇਸ ਚੀਜ਼ ਦਾ ਇਨਸਟਿੰਕਟ ਲੱਗਿਆ ਪ੍ਰੋਪਰਟੀ 'ਚ ਬੈਟਰ ਆਫਟਰ ਡੇਟਾ ਐਨਾਲਿਸਿਸ? ਨਹੀਂ, ਸਾਡੇ ਇਨਸਟਿੰਕਟ ਬਹੁਤ ਵਾਰ ਗਲਤ ਵੀ ਹੋਏ ਨੇ। ਇੱਥੇ ਇੱਕ ਦੋ ਬੜੇ ਅੱਛੇ ਸਕਸੈਸਫੁਲ ਪ੍ਰੋਜੈਕਟਸ ਡਿਲੀਵਰ ਹੋਏ ਨੇ ਕਮਰਸ਼ੀਅਲ, ਸਾਡਾ ਇਨਸਟਿੰਕਟ ਇਹ ਸੀ ਸ਼ਾਇਦ ਨਹੀਂ ਚੱਲਣਗੇ, ਬਟ ਉਹ ਬਹੁਤ ਅੱਛੇ ਚੱਲੇ ਐਂਡ ਅਸੀਂ ਉੱਥੇ ਗਲਤ ਸੀ। ਸੋ ਉਹੀ ਦੈਟ ਆਰ ਆਰ ਲਰਨਿੰਗਸ, ਵੀ ਲਰਨ ਫਰੋਮ ਆਰ ਮਿਸਟੇਕਸ ਆਰ ਫੇਲੀਅਰਸ। ਪੇਪਰ ਵਰਕ ਨੂੰ ਲਾਈਟਲੀ ਲੈਣਾ ਕਿੰਨੀ ਕੁ ਵਾਰ ਪ੍ਰੋਬਲਮ ਕ੍ਰੀਏਟ ਕੀਤੀ ਇਹਨੇ ਤੁਹਾਡੇ ਲਈ? ਪੇਪਰ ਵਰਕ ਨੂੰ ਲਾਈਟਲੀ ਸਾਡੇ ਵਰਗੇ ਬੰਦਿਆਂ ਨੂੰ ਨਹੀਂ ਲੈਣਾ ਚਾਹੀਦਾ। ਕਲਾਇੰਟ, ਬਿਕੋਜ਼ ਵੀ ਆਰ ਕਸਟੋਡੀਅਨ ਆਫ ਕਲਾਇੰਟਸ ਮਨੀ ਐਟ ਦ ਐਂਡ ਆਫ ਦ ਡੇ, ਕਿ ਅਗਰ ਕੋਈ ਕਲਾਇੰਟ ਨੂੰ ਆਪਾਂ ਕੁਛ ਰეკਮੈਂਡੇਸ਼ਨ ਕਰ ਰਹੇ ਹਾਂ ਅਤੇ ਉਹ ਸਾਡੇ ਕਹਿਣ 'ਤੇ ਅਗਰ ਉਹ ਚੀਜ਼ਾਂ ਨੂੰ ਇਨਵੈਸਟ ਕਰ ਰਹੇ ਆ, ਸੋ ਬੇਸਿਕਲੀ ਕਸਟੋਡੀਅਨ ਇਜ਼ ਬਿਲਡਰ ਨੋਟ ਅਸ, ਬਟ ਅਸੀਂ ਬਹੁਤ ਵੱਡਾ ਰੋਲ ਪਲੇ ਕਰਦੇ ਆ ਗੈਟ ਦੈਟ ਥਿੰਗਸ ਡਨ। ਸੋ ਮੈਨੂੰ ਲੱਗਦਾ ਹੈ ਕਿ ਪੇਪਰ ਵਰਕ ਡਿਊ ਡਿਲੀਜੈਂਸ ਕਰਨੀ ਕਲਾਇੰਟ ਦਾ ਵੀ ਉਨਾ ਹੀ ਰਿਸਪੋਂਸਿਬਿਲਿਟੀ ਹੈ ਜਿੰਨੀ ਸਾਡੀ ਹੈ, ਐਂਡ ਮਿਊਚੁਅਲੀ ਇਹ ਚੀਜ਼ਾਂ ਨੂੰ ਆਪਾਂ ਤੁਹਾਡੇ ਤੋਂ ਕਦੇ handle ਕਰ ਮਿਸਟੇਕ ਸਕਦੇ। ਹੋਈ ਹੈ ਇਹਦੇ ਵਿੱਚ? ਹੁੰਦੀਆਂ ਰਹਿੰਦੀਆਂ, ਕਿਹਦੇ ਕੋਲ ਨਹੀਂ ਹੁੰਦੀਆਂ। ਲਾਸਸ ਫੇਸ ਕੀਤੇ ਤੁਸੀਂ ਇਸ ਕਰਕੇ ਕਿ ਲੌਸਿਸ ਯਾਰ ਫੇਸ ਕਰਦੇ ਰਹੀਦਾ, ਲੌਸਿਸ ਦੇ ਆਰ ਪਾਰਟ ਆਫ ਆਰ ਬਿਜ਼ਨਸ, ਸਾਰੇ ਬਿਜ਼ਨਸ ਵਿੱਚ ਹੁੰਦੇ ਨੇ ਪ੍ਰੋਫਿਟ ਐਂਡ ਲੌਸਿਸ, ਸੋ ਇਜ਼ ਰੀਅਲ ਏਸਟੇਟ। ਐਜ਼ ਪਰ ਯੂ ਰੀਅਲ ਏਸਟੇਟ ਐਸੈਟਸ ਤੇ ਅਦਰ ਐਸੈਟਸ ਕੀ ਡਿਫਰੈਂਸ ਹੈ? ਜ਼ਿਆਦਾ ਪ੍ਰੋਫਿਟੇਬਲ ਕੀ ਲੱਗਦਾ ਤੁਹਾਨੂੰ? ਪ੍ਰੋਫਿਟੇਬਲ ਤੇ ਸਾਰੇ ਐਸੈਟਸ ਹੁੰਦੇ ਨੇ, ਦੈਟਸ ਵਾਈ ਦੇ ਆਰ ਐਸੈਟ। ਡਿਫਰੈਂਸ ਇਹ ਹੈਗਾ, ਰੀਅਲ ਏਸਟੇਟ ਇਜ਼ ਦੀ ਓਨਲੀ ਐਸੈਟ ਇਨ ਦਿਸ ਅਰਥ ਜਿਹਦੇ ਵਿੱਚ ਤੁਸੀਂ ਸਿਰਫ 10 ਰੁਪਏ ਦੇ ਨਾਲ ਪੂਰਾ 100 ਰੁਪਏ ਦੀ ਚੀਜ਼ ਪਰਚੇਜ਼ ਕਰ ਸਕਦੇ ਹੋ। ਅੱਜ ਅਗਰ ਤੁਸੀਂ ਗੋਲਡ ਪਰਚੇਜ਼ ਕਰਨ ਜਾਓ, ਤੁਸੀਂ ਅਗਰ 10 ਲੱਖ ਦੀ ਜਿਊਲਰੀ ਲੈਣੀ ਹੈ ਤਾਂ 10 ਲੱਖ ਰੁਪਏ ਇਮੀਡੀਏਟ ਦੇਣਾ ਪਏਗਾ। ਤੁਸੀਂ ਮਿਊਚੁਅਲ ਫੰਡ ਲੈਣ ਜਾਓ, FD ਕਰਾਉਣ ਜਾਓ, in whatsoever capacity you want to invest, you have to invest the total amount. But when you buy a real estate, ਅਗਰ ਅੱਜ ਤੁਸੀਂ 1 ਕਰੋੜ ਦਾ ਫਲੈਟ ਲੈਣ ਜਾਓ ਜਾਂ 5 ਕਰੋੜ ਦਾ ਇੱਕ ਕੋਠੀ ਲੈਣ ਜਾਓ, ਤੁਹਾਨੂੰ ਸਿਰਫ 10% 20% ਪੇਮੈਂਟ ਦੇਣੀ ਹੈ। You are the owner of the complete villa or the complete flat, just giving 10 to 15% of the payment. ਉਹਦੇ ਵਿੱਚ ਅੱਗੇ ਦੋ ਆਪਸ਼ਨਸ ਨੇ, ਇੱਕ ਤੇ ਤੁਹਾਡੀਆਂ ਪੇਮੈਂਟਾਂ 2-3 ਸਾਲ ਬਾਅਦ ਜਾਂਦੀਆਂ ਆਰਾਮ ਨਾਲ ਅਗਰ ਤੁਸੀਂ ਅੰਡਰ ਕੰਸਟਰਕਸ਼ਨ ਲੈਂਦੇ ਹੋ, ਜਾਂ ਬੈਂਕ ਵਿਲ ਸਪੋਰਟ ਯੂ ਫॉर 80 to 90% ਆਫ ਫੰਡਿੰਗ। ਓਕੇ, ਬਾਕੀ ਐਸੈਟਸ ਨਹੀਂ ਕਰਦੇ ਬੈਂਕ ਸਪੋਰਟ? ਮਿਊਚੁਅਲ ਫੰਡਸ ਵਿੱਚ ਬੈਂਕ ਸਪੋਰਟ ਨਹੀਂ ਕਰਦੇ, ਸਟਾਕਸ ਵਿੱਚ ਨਹੀਂ ਕਰਦੇ, ਬੈਂਕ FDs ਵਿੱਚ ਨਹੀਂ ਕਰਦੇ, ਗੋਲਡ ਲੈਣ ਵਿੱਚ ਨਹੀਂ ਕਰਦੇ ਬੈਂਕ ਸਪੋਰਟ। ਸੋ ਰੀਅਲ ਏਸਟੇਟ ਐਸੈਟ ਉਹ ਐਸੈਟ ਹੈਗਾ ਕਿ ਜਿਹਨੂੰ ਆਪਾਂ ਲੈਵਰੇਜ ਕਹਿੰਦੇ ਆ, ਜਿਹਨੂੰ ਲੈਵਰੇਜ ਸਮਝ ਆ ਗਈ, ਹੀ ਇਜ਼ ਅ ਕਿੰਗ ਇਨ ਰੀਅਲ ਏਸਟੇਟ। ਲੈਵਰੇਜ ਦਾ ਮਤਲਬ ਇਹ ਹੈਗਾ ਕਿ ਅਗਰ ਅੱਜ ਤੁਹਾਡੇ ਕੋਲ, ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਤੁਸੀਂ ਕਹਿੰਦੇ ਕਿ ਮੇਰੇ ਕੋਲ 5-10 ਲੱਖ ਰੁਪਏ ਆਈ ਵਾਂਟ ਟੂ ਇਨਵੈਸਟ, ਯੂ ਕੈਨ ਈਜ਼ੀਲੀ ਟੇਕ ਅ ਪ੍ਰੋਪਰਟੀ ਆਫ 1 CR ਇਫ ਯੂ ਹੈਵ 10 lakhs ਇਨ ਯੂਰ ਪੋਕਟ। ਓਕੇ। ਸੋ 10 ਲੱਖ ਰੁਪਏ ਤੁਸੀਂ ਆਪਣੇ ਕੋਲੋਂ ਲਾਇਆ, 90 ਲੱਖ ਰੁਪਏ ਤੁਸੀਂ ਬੈਂਕ ਲੋਨ ਲਿੱਤਾ, ਬੈਂਕ ਆਫ ਬੜੌਦਾ ਗਿਵਸ ਯੂ 90% ਆਫ ਦ ਬੈਂਕ ਲੋਨ, ਐਂਡ ਉਹ 90 ਲੱਖ ਰੁਪਏ ਲਗਾ ਕੇ ਤੁਸੀਂ 4 ਸਾਲ ਅਗਰ ਪ੍ਰੋਪਰਟੀ ਰੱਖਦੇ ਹੋ, ਐਂਡ ਅਗਰ ਉਹ ਪ੍ਰੋਪਰਟੀ ਨੋਰਮਲ ਮਾਰਕੀਟ ਦੀ ਗੱਲ ਕਰਦਾ 1 ਕਰੋੜ ਦੀ ਪ੍ਰੋਪਰਟੀ ਮਰੇ ਤੋਂ ਮਰੇ ਸਟੇਜ ਵਿੱਚ ਵੀ 4 ਸਾਲ ਬਾਅਦ ਅਗਰ 1.25 ਕਰੋੜ ਦੀ ਹੋ ਜਾਂਦੀ ਹੈ, 1.5 ਕਰੋੜ ਦੀ ਫੋਰ ਐਗਜ਼ਾਮਪਲ ਹੋ ਜਾਂਦੀ ਹੈ, ਸੋ 10 ਲੱਖ ਰੁਪਏ ਲਗਾ ਕੇ ਤੁਸੀਂ 40 ਲੱਖ ਰੁਪਏ ਕਮਾ ਲਿਆ। ਅਤੇ ਅਗਰ ਮੈਂ ਬੈਂਕ ਇੰਟਰਸਟ ਵੀ ਨਾਲ ਕੈਲਕੂਲੇਟ ਕਰ ਲਾਂ 7.5-8% ਦੇ ਹਿਸਾਬ ਨਾਲ, ਅਤੇ 8-10 ਲੱਖ ਰੁਪਏ ਇੰਟਰਸਟ ਜਾਏਗਾ, ਸੋ 20 ਲੱਖ ਰੁਪਏ ਲਗਾ ਕੇ ਤੁਸੀਂ 40 ਲੱਖ ਰੁਪਏ ਕਮਾਏ 4 ਸਾਲਾਂ 'ਚ। ਸੋ ਇਜ਼ ਇਟ ਅ ਬੈਡ ਡੀਲ? ਐਂਡ ਸਭ ਤੋਂ ਵੱਡੀ ਗੱਲ ਹੈ, ਰੀਅਲ ਏਸਟੇਟ ਇਜ਼ ਐਸਪੀਰੇਸ਼ਨਲ ਐਸੈਟ। ਜਿਵੇਂ ਹੁੰਦਾ ਨਾ ਕਿ ਯੂ ਆਰ ਓਇੰਗ ਅ ਮਰਸੀਡੀਜ਼ ਕਾਰ, ਸੋ ਦੈਟ ਇਜ਼ ਐਸਪੀਰੇਸ਼ਨਲ ਵਹੀਕਲ, ਹੈ ਨਾ। ਐਂਡ ਜੇ ਇਫ ਯੂ ਓ ਅ ਪੀਸ ਆਫ ਲੈਂਡ, ਹੈ ਨਾ, ਤੁਹਾਨੂੰ ਇੱਕ ਬੜੀ ਸੈਟਿਸਫੈਕਸ਼ਨ ਹੈਗੀ ਕਿ ਯਾਰ ਮੈਂ ਇੱਕ ਵਧੀਆ ਪ੍ਰੋਪਰਟੀ, ਮਤਲਬ ਆਈ ਹੈਵ ਅ ਪ੍ਰੋਪਰਟੀ, ਕਿ ਮੇਰੇ ਕੋਲ ਫਲਾਣੇ ਸ਼ਹਿਰ 'ਚ ਇੱਕ ਪ੍ਰੋਪਰਟੀ ਵੀ ਹੈ, ਮੇਰੇ ਕੋਲ ਫਲਾਣੀ ਜਗ੍ਹਾ ਪ੍ਰੋਪਰਟੀ ਵੀ ਹੈ, ਬਹੁਤ ਵੱਡਾ ਇੱਕ ਸਿਕਿਉਰਿਟੀ ਹੈਗੀ ਹੈ। ਤੁਸੀਂ ਆਪਣੇ ਇਨਵੈਸਟਰਸ ਨੂੰ ਐਗਜ਼ਿਟ ਸਟ੍ਰੈਟਜੀ ਪਲਾਨ ਕਰਕੇ ਦਿੰਦੇ ਹੋ? ਯੈਸ, ਜਦੋਂ ਅਸੀਂ ਪੈਸਾ ਇਨਵੈਸਟ ਕਰਨਾ ਅਸੀਂ ਸਾਰੇ ਐਸਪੈਕਟਸ ਦੇਖਣੇ ਨੇ। ਅਸੀਂ ਇਹ ਦੇਖਣਾ ਹੈ ਕਿ ਸੈਲਫ ਫੰਡਿੰਗ ਕਿੰਨੀ ਹੈ, ਬੈਂਕ ਲੈਵਰੇਜ ਕਿੰਨੀ ਲੈ ਸਕਦੇ ਹਾਂ, ਐਗਜ਼ਿਟ ਅਸੀਂ ਕਦੋਂ ਪਲਾਨ ਕਰ ਰਹੇ ਹਾਂ, ਕਿਸ ਸਟੇਜ 'ਤੇ ਪਲਾਨ ਕਰ ਰਹੇ ਹਾਂ, ਰੈਂਟਲਸ ਅਗਰ ਲੈਣੇ ਨੇ ਕਿਵੇਂ ਰੈਂਟਲਸ ਕ੍ਰੀਏਟ ਕਰਨੇ ਨੇ। ਸੋ ਵੀ ਹੈਲਪ ਦੈਮ ਵਿਦ ਦੀ ਕੰਪਲੀਟ ਪ੍ਰੋਸੈਸ। ਇੱਕ ਗਲਤੀ ਜੋ ਤੁਸੀਂ ਹਰ ਇਨਵੈਸਟਰ ਨੂੰ ਕਹਿਣਾ ਚਾਹੋਗੇ ਕਿ ਉਹ ਅਵੋਇਡ ਕਰੇ?
don't ask for discounts. Mostly people does markets ਅਗਰ ਇੱਕ ਚੀਜ਼ ਲੈਟਸ ਸੇ ਮਿਲਦੀ ਪਈ ਹੈ 10,000 ਰੁਪਏ ਸਕੁਅਰ ਫੀਟ ਦੀ, ਮੈਨੂੰ ਇਹ ਤੁਹਾਡੇ ਕੋਲ ਕੀ ਰੇਟ ਹੈ, ਮੈਂ ਕਹਾਂਗਾ ਜੀ ਮੇਰੇ ਕੋਲ ਹੈਗੀ 9600 ਰੁਪੀਜ਼ ਆ ਸਕੁਅਰ ਫੀਟ। ਦੂਜਾ ਕੋਈ ਬੋਲੇਗਾ ਮੇਰੇ ਕੋਲ ਹੈਗੀ ਜੀ 9500, ਤੀਜਾ ਬੋਲਦਾ ਮੇਰੇ ਕੋਲ ਹੈਗੀ 9450। ਉਹ ਇਨਵੈਸਟਰ ਲੱਗੇ ਯਾਰ ਚੀਜ਼ ਤੇ ਮੈਂ ਉਹੀ ਲੈਣੀ ਹੈ ਤੇ ਮੈਂ ਤਾਂ ਡੈਫੀਨਿਟਲੀ ਘੱਟ ਰੇਟ ਵਾਲੀ ਲਾਉਂਗਾ। ਬਟ ਤੁਸੀਂ ਪਹਿਲਾਂ ਇਹ ਦੇਖੋ ਕਿ ਜਿਹੜਾ ਤੁਹਾਨੂੰ 9450 ਬੋਲ ਰਿਹਾ ਹੈ ਉਹ ਡਾਕੂਮੈਂਟਡ, ਪਹਿਲਾਂ ਤੇ ਡਾਕੂਮੈਂਟ ਕਰਕੇ ਦੇ ਰਿਹਾ ਹੈ, 90% ਉਹ ਨਹੀਂ ਦਿੰਦੇ। ਦੂਸਰਾ ਕੀ ਉਹ ਤੁਹਾਨੂੰ ਸਰਵਿਸਿਜ਼ ਦੇਗਾ, ਸਰਵਿਸਿਜ਼ ਦਾ ਮਤਲਬ ਇਹੀ ਹੁੰਦਾ ਕਿ ਕੱਲ ਨੂੰ ਤੁਹਾਨੂੰ ਐਗਜ਼ਿਟ ਕਰਾਏਗਾ, ਕੱਲ ਨੂੰ ਤੁਹਾਡੀ ਪ੍ਰੋਪਰਟੀ ਨੂੰ ਅਗਰ ਰੈਂਟ ਦੇ ਅਗਰ ਅਸਿਸਟ ਕਰੇਗਾ, ਹੋਰ ਤੁਹਾਡੀ ਪ੍ਰੋਪਰਟੀ 50 ਤਰ੍ਹਾਂ ਦੇ ਡਾਕੂਮੈਂਟੇਸ਼ਨ ਦਾ ਪਾਰਟ ਹੁੰਦਾ, ਬੈਂਕਿੰਗ ਦਾ ਪਾਰਟ ਹੁੰਦਾ, ਬਿਲਡਰ ਤੋਂ ਕਈ ਐਕਸੈਪਸ਼ਨਸ ਲੈਣੀ ਹੁੰਦੀ ਹੈ ਕਿ ਉਹਦੇ ਵਿੱਚ ਅਸਿਸਟ ਕਰੇਗਾ। ਸੋ ਤੁਸੀਂ ਸਿਰਫ ਉਹਦੀ ਰੀਲਸ ਜਾਂ ਬਲੌਗਸ ਦੇਖ ਕੇ ਨਾ ਦੇਖ ਕੇ ਉਹਦਾ ਤੁਸੀਂ ਐਕਸਪੀਰੀਅੰਸ ਦੇਖੋ, ਦੇਖੋ ਉਹਦੀ ਕੀ ਕ੍ਰੈਡੀਬਿਲਿਟੀ ਹੈ ਮਾਰਕੀਟ ਦੇ ਵਿੱਚ, ਦੈਨ ਓਨਲੀ। ਡਾਇਰੈਕਟ ਬਿਲਡਰ ਤੋਂ ਬਾਏ ਕਰਨਾ ਤੇ ਰੀਅਲ ਏਸਟੇਟ ਏਜੰਟ ਤੋਂ ਬਾਏ ਕਰਨਾ, ਡੋਂਟ ਯੂ ਥਿੰਕ ਇਨਵੈਸਟਰ ਲਈ ਥੋੜਾ ਜਿਹਾ ਪ੍ਰੋਫਿਟ ਘਟ ਜਾਂਦਾ? ਫੋਰ ਐਗਜ਼ਾਮਪਲ ਅਗਰ ਇੰਟਰਮੀਡੀਏਟਰਸ ਵਿੱਚ ਨੇ ਤਾਂ ਪਾਰਟ ਆਫ ਪ੍ਰੋਫਿਟ ਇਜ਼ ਸ਼ੇਅਰਡ ਬਿਟਵੀਨ them। ਨੋ, ਡਿਵੈਲਪਰ ਜਿਹੜਾ ਹੈ ਉਹ ਮਹਿੰਗੀ ਪ੍ਰੋਪਰਟੀ ਦੇਗਾ, ਜਿਹੜਾ ਅਗਰ ਤੁਸੀਂ ਕਿਸੇ ਚੈਨਲ ਤੋਂ ਪ੍ਰੋਪਰਟੀ ਲਓਗੇ ਤੁਹਾਨੂੰ ਹਮੇਸ਼ਾ ਸਸਤੀ ਪ੍ਰੋਪਰਟੀ ਮਿਲੇਗੀ। ਰੀਜ਼ਨ ਬਿਹਾਈਂਡ that? ਉਹਦਾ ਰੀਜ਼ਨ ਇਹ ਹੈ ਕਿ ਇੱਕ ਕਲਾਇੰਟ, ਤੁਸੀਂ ਅਗਰ ਅੱਜ ਕਲਾਇੰਟ ਹੋ, ਤੁਸੀਂ ਇੱਕ ਡਿਵੈਲਪਰ ਤੋਂ ਡਾਇਰੈਕਟ ਪਰਚੇਸ ਕਰਦੇ ਹੋ, ਯੂ ਆਰ ਓਨਲੀ ਪਰਚੇਸਿੰਗ 1 ਯੂਨਿਟ ਔਰ ਮੇਬੀ 2 ਯੂਨਿਟਸ। ਅਗਰ ਕੋਈ ਬਲਕ ਇਨਵੈਸਟਮੈਂਟ ਬਾਏ ਕਰ ਰਿਹਾ ਅਗਰ ਕੋਈ ਲੈਟਸ ਸੇ ਤੁਸੀਂ 10 ਯੂਨਿਟਸ ਹੀ ਪਰਚੇਸ ਕਰਦੇ ਹੋ, ਬਟ ਜਿਹੜਾ ਕੋਈ ਸਾਡੇ ਵਰਗੇ ਏਜੰਸੀਜ਼ ਫੁੱਲ ਫਲੈਜ ਚਲਾ ਰਿਹਾ ਹੈ, ਜਿਹੜੇ ਪਿਛਲੇ 10-12 ਸਾਲ ਤੋਂ ਇਸੇ ਬਿਜ਼ਨਸ ਨੇ, ਜਿਨ੍ਹਾਂ ਦਾ ਆਪਣਾ ਇੱਕ ਠੀਕ ਠਾਕ ਸੈਟਅਪ ਹੈ, ਉਹ ਜਦੋਂ ਕੋਈ ਚੀਜ਼ ਡਿਵੈਲਪਰਸ ਦੇ ਨਾਲ ਉਸ ਵੇ ਨਾਲ ਨੈਗੋਸ਼ੀਏਟ ਕਰਨਗੇ ਕਿ ਅਸੀਂ 100, 150, 200 ਯੂਨਿਟਸ ਦੀ ਗੱਲ ਕਰਨਗੇ, ਤੇ ਡਿਵੈਲਪਰ ਪਹਿਲਾਂ ਤੇ ਉਹਨਾਂ ਨੂੰ ਰੇਟ ਅੱਛਾ ਆਫਰ ਕਰੂਗਾ। ਦੂਸਰਾ, ਤੁਹਾਨੂੰ ਕੀ ਰਿਕੁਆਇਰਮੈਂਟ ਹੈ ਇਹ ਤੁਹਾਨੂੰ ਖੁਦ ਨਹੀਂ ਪਤਾ ਕਿ ਤੁਹਾਡੀ ਕਿਹੜਾ ਡਿਵੈਲਪਰ ਤੁਹਾਡੀ ਰਿਕੁਆਇਰਮੈਂਟ ਫੁੱਲਫਿਲ ਕਰੇਗਾ। ਅਗਰ ਤੁਸੀਂ ਕਹਿੰਦੇ ਜੀ ਮੇਰਾ 1 ਕਰੋੜ ਦਾ ਬਜਟ ਹੈ, ਆਈ ਵਾਂਟ ਟੂ ਟੇਕ ਅ ਪ੍ਰੋਪਰਟੀ ਇਨ 에ਅਰਪੋਰਟ ਰੋਡ, ਹੁਣ ਪਹਿਲਾਂ ਤੁਸੀਂ ਕਿੱਥੋਂ ਲੱਭੋਗੇ ਕਿ 1 ਕਰੋੜ ਦੀ ਤੁਹਾਨੂੰ 에ਅਰਪੋਰਟ ਰੋਡ ਤੋਂ ਪ੍ਰੋਪਰਟੀ ਮਿਲੇ? ਐਂਡ ਅਗਰ ਹਰ ਇੱਕ ਡਿਵੈਲਪਰ ਇਹੀ ਕਹੇਗਾ ਕਿ ਮੈਂ ਹੀ ਬੈਸਟ ਹਾਂ, ਉਹ ਤੁਹਾਨੂੰ ਆਪਣੇ ਡਰਾਬੈਕਸ ਨਹੀਂ ਦੱਸੇਗਾ। ਬਟ ਅ ਪਰਸਨ ਲਾਈਕ ਮੀ, ਦੇ ਵਿਲ ਟੈਲ ਯੂ ਦੀ ਐਗਜ਼ੈਕਟ ਪ੍ਰੋਸ ਐਂਡ ਕੌਨਸ ਆਫ ਦੈਟ ਪ੍ਰੋਜੈਕਟ। ਇੱਕ ਪ੍ਰੋਜੈਕਟ ਮੇਬੀ ਤੁਹਾਡੇ ਵਾਸਤੇ ਸਹੀ ਹੋ ਸਕਦਾ, ਤੁਹਾਡੇ ਪੇਰੈਂਟਸ ਵਾਸਤੇ ਨਾ ਹੋਏ, ਜਾਂ ਇੱਕ ਪ੍ਰੋਜੈਕਟ ਮੇਬੀ ਮੇਰੇ ਵਾਸਤੇ ਸਹੀ ਹੋ ਸਕਦਾ, ਮੇਰੀ ਫੈਮਿਲੀ ਵਾਸਤੇ ਨਾ ਹੋਏ। ਸੋ ਕੰਪਲੀਟ ਥੋਰੋ ਗਾਈਡੈਂਸ ਜਿਹੜੀ ਹੈ ਤੁਹਾਨੂੰ ਇੱਕ ਕੰਸਲਟੈਂਟ ਹੀ ਦੇ ਸਕਦਾ। ਸੋ ਆਲਵੇਜ਼ ਹੈਵ ਅ ਕੰਸਲਟੈਂਟ, ਚਾਹੇ ਤੁਸੀਂ ਕੋਈ ਵਹੀਕਲ ਲੈ ਰਹੇ ਹੋ, ਚਾਹੇ ਤੁਸੀਂ ਕੋਈ ਪ੍ਰੋਪਰਟੀ ਲੈ ਰਹੇ ਹੋ, ਤੁਸੀਂ ਰਾਦਰ ਹੁੰਦੇ ਤੁਸੀਂ ਜਦੋਂ ਸਟੇਕੇਸ਼ਨਸ ਵਕੇਸ਼ਨਸ ਦੀ ਪਲਾਨ ਕਰਦੇ ਹੋ, ਦੈਨ ਓਨਲੀ ਯੂ ਡੂ ਅ ਕੰਸਲਟੇਸ਼ਨ। ਤੁਸੀਂ ਵਿਆਹ ਕਰਾਉਂਦੇ ਹੋ ਤੁਸੀਂ ਕੰਸਲਟੈਂਟ ਨੂੰ ਵਿੱਚ ਪਾਉਂਦੇ ਹੋ, ਬਿਕੋਜ਼ ਦੇ ਆਰ ਐਕਸਪਰਟਸ ਇਨ देयर ਥਿੰਗ। ਵਾਈ ਡੋਂਟ ਯੂ, ਜਿੱਥੇ ਤੁਸੀਂ ਕਰੋੜਾਂ ਰੁਪਏ ਇਨਵੈਸਟ ਕਰਨੇ ਆ, ਤੁਸੀਂ ਅਗਰ ਇੱਕ ਕੰਸਲਟੈਂਟ ਨੂੰ ਵਿੱਚ ਪਾਓਗੇ ਤਾਂ ਤੁਹਾਡੇ ਪੈਸੇ ਬਚਣਗੇ ਹੀ, ਤੁਹਾਡਾ ਫਾਇਦਾ ਹੀ ਹੋਏਗਾ, ਨੁਕਸਾਨ ਨਹੀਂ ਹੋਏਗਾ। ਤੇ ਟਰਸਟ ਬਿਲਡ ਕਰਨਾ ਕਿੰਨੇ ਟਾਈਮ 'ਚ ਹੋ ਜਾਂਦਾ? ਟਰਸਟ, ਇਟ ਇਜ਼ ਅ ਵੈਰੀ ਥਿਨ ਲਾਈਨ, ਅੱਜ ਤੁਸੀਂ ਕਿਸੇ ਦੇ ਨਾਲ 10 ਸਾਲ ਤੋਂ ਕੰਮ ਕਰ ਰਹੇ ਹੋ, ਇੱਕ ਛੋਟੀ ਜਿਹੀ ਗਲਤੀ ਉਹ 10 ਸਾਲ ਦਾ ਟਰਸਟ 1 ਮਿੰਟ 'ਚ ਲੂਜ਼ ਕਰ ਦਿੰਦੀ ਹੈ। ਸੋ ਆਈ ਥਿੰਕ ਇਫ ਯੂ ਆਰ ਟਰਾਂਸਪੇਰੈਂਟ, ਇਫ ਯੂ ਆਰ ਓਨੈਸਟ ਵਿਦ ਯੂਰ ਵਰਡਸ, ਦੈਟਸ ਦੀ ਓਨਲੀ ਥਿੰਗ। ਮੈਨੂੰ ਲੱਗਦਾ ਕਿ ਕੋਈ ਚੈਲੰਜ ਆਉਂਦਾ, ਕੋਈ ਪ੍ਰੋਬਲਮ ਆਉਂਦੀ ਹੈ। ਡੀਲਸ ਜ਼ਿਆਦਾ ਨੌਲੇਜ ਨਾਲ ਹੁੰਦੀ ਹੈ ਕਿ ਕਨੈਕਸ਼ਨਸ ਨਾਲ? ਅੱਜ ਦੀ ਡੇਟ 'ਚ ਹਮੇਸ਼ਾ ਤੋਂ ਕਨੈਕਸ਼ਨਸ ਨਾਲ ਹੀ ਹੁੰਦੀ ਰਹੀ ਹੈ, ਨੌਲੇਜ ਕਮਸ ਲੇਟਰ। ਬਟ ਹੁਣ ਟਾਈਮ ਚੇਂਜ ਹੋ ਰਿਹਾ ਹੈ, ਤੁਸੀਂ ਅਗਰ ਆਪਣੀ ਨੌਲੇਜ ਨੂੰ ਅਪਫਰੰਟ ਲੈ ਕੇ, ਆਈ ਥਿੰਕ ਦੈਟ ਵਿਲ ਕ੍ਰੀਏਟ ਕਨੈਕਟਸ, ਗੁੱਡ ਕਨੈਕਟਸ, ਤੇ ਦੈਟ ਕਨੈਕਟਸ ਵਿਲ ਗਿਵ ਅ ਗੁੱਡ ਕਲੋਜ਼ਰਸ। ਨੈਗੋਸ਼ੀਏਸ਼ਨ ਸਕਿੱਲਸ ਕਿੰਨੇ ਕੁ ਇੰਪੋਰਟੈਂਟ ਹੈ ਆਪਣੇ ਗਰਾਊਂਡ ਲੈਵਲ ਤੇ? ਯਾਰ ਆਈ ਹੈਵ ਬੀਨ ਇਨਟੂ ਸੇਲਸ, ਨੋਟ ਓਨਲੀ ਫਰੋਮ ਇਨ ਰੀਅਲ ਏਸਟੇਟ ਤੋਂ ਪਹਿਲੇ ਮੈਂ ਸੇਲਸ ਦਾ ਪਾਰਟ ਸੀ। ਟਰਸਟ ਮੀ, ਮੇਰੀ ਨੈਗੋਸੀਏਸ਼ਨਸ ਬਹੁਤ ਪੂਅਰ ਨੇ। I'm actually telling you this. ਸੋ ਮੈਨੂੰ ਨਹੀਂ ਲੱਗਦਾ ਕਿ ਨੈਗੋਸੀਏਸ਼ਨਸ ਕੋਈ ਇੰਨਾ ਵੱਡਾ ਰੋਲ ਪਲੇ ਕਰਦੀਆਂ। ਯੈਸ, ਪਰਚੇਜ਼ ਹੈਜ਼ ਟੂ ਬੀ ਗੁੱਡ, ਪਰਚੇਜ਼ ਅੱਛੀ ਹੋਣੀ ਚਾਹੀਦੀ ਹੈ ਜਦੋਂ ਕੋਈ ਬੰਦਾ ਕੋਈ ਚੀਜ਼ ਲੈਣ ਜਾਂਦਾ। ਬਟ ਇਹ ਹੈ ਕਿ ਐਟ ਦ ਐਂਡ ਆਫ ਦਾ ਡੇ ਤੁਸੀਂ ਵੈਲਿਊ ਪ੍ਰੋਡਕਟ ਦੀ ਦੇਖਣੀ, ਤੁਸੀਂ ਵੈਲਿਊ ਡਿਸਕਾਊਂਟ ਦੀ ਨਹੀਂ ਦੇਖਣੀ। ਮਤਲਬ ਤੁਸੀਂ ਇਹ ਨਹੀਂ ਦੇਖਣਾ ਕਿ ਅਗਰ ਕਿਤੇ ਤੁਹਾਨੂੰ 10% ਡਿਸਕਾਊਂਟ ਮਿਲ ਰਿਹਾ ਉਹ ਚੀਜ਼ ਵਧੀਆ, ਜਿੱਥੇ 15 ਮਿਲ ਰਿਹਾ ਉਸ ਤੋਂ ਵਧੀਆ। ਤੁਸੀਂ ਪ੍ਰੋਡਕਟ ਦੀ ਵੈਲਿਊ ਦੇਖੋ ਕਿ ਉਹ ਕਿੰਨੀ ਕੁ ਇੰਪੋਰਟੈਂਟ ਹੈ, ਜਿਹੜਾ ਪ੍ਰੋਡਕਟ ਲੈਣ ਜਾ ਰਹੇ ਹੋ। ਤੁਸੀਂ ਲੌਂਗ ਟਰਮ ਕਲਾਇੰਟ ਰਿਲੇਸ਼ਨ ਮੈਟਰ ਰੱਖਦਾ ਤੁਹਾਨੂੰ ਕਿ ਸ਼ਾਰਟ ਟਰਮ ਪ੍ਰੋਫਿਟ, ਚਾਹੇ ਉਹ ਬਹੁਤ ਹਾਈ ਲੈਵਲ ਤੇ ਹੋਏ ਪ੍ਰੋਫਿਟ ਭਾਵੇਂ? ਯਾਰ ਵੀ ਆਰ ਹੇਅਰ ਫॉर ਪ੍ਰੋਫਿਟ, ਆਈ ਵਿਲ ਬੀ ਵੈਰੀ ਓਨੈਸਟ ਵਿਦ ਯੂ। ਬਟ ਯੈਸ, ਪ੍ਰੋਫਿਟ ਵੀ ਆਰ ਇਨਟੂ ਸਰਵਿਸ ਇੰਡਸਟਰੀ, ਅਸੀਂ ਕਲਾਇੰਟ ਤੋਂ ਉੱਪਰ ਨਹੀਂ ਕੋਈ ਚੀਜ਼ ਸੋਚ ਸਕਦੇ। ਵੀ ਹੈਵ ਟੂ ਥਿੰਕ ਅਬਾਊਟ ਕਲਾਇੰਟਸ ਪ੍ਰੋਫਿਟ, ਦੈਨ ਓਨਲੀ ਵੀ ਕੈਨ ਗੈਟ ਅ ਪ੍ਰੋਫਿਟ। ਵਾਟ ਡੂ ਯੂ ਥਿੰਕ, ਪੇਸ਼ੈਂਸ ਰੱਖਣਾ ਇਜ਼ ਬੈਟਰ ਜਾਂ ਰਿਸਕ ਟੇਕਿੰਗ, ਕਿਹੜਾ ਜ਼ਿਆਦਾ ਬੈਟਰ ਹੈ? ਦੋਵੇਂ ਆਪੋ ਆਪਣੀ ਜਗ੍ਹਾ ਬਿਲਕੁਲ ਠੀਕ ਨੇ ਯਾਰ। ਪੇਸ਼ੈਂਸ ਤੇ ਇਟ ਇਜ਼ ਅ ਪਾਰਟ, ਇਟ ਇਜ਼ ਅ ਵੈਰੀ ਇੰਡਿਸਪੈਂਸੇਬਲ ਪਾਰਟ ਇਨ ਐਵਰੀਥਿੰਗ, ਬੀਟ ਪਰਸਨਲ ਲਾਈਫ, ਬੀਟ ਪ੍ਰੋਫੈਸ਼ਨਲ ਲਾਈਫ। ਪੇਸ਼ੈਂਸ ਹੋਣੀ ਹੀ ਚਾਹੀਦੀ ਹੈ। ਐਂਡ ਹਰ ਇੱਕ ਐਂਟਰਪ੍ਰੇਨਿਓਰ ਨੂੰ ਦਾ ਰਿਸਕ ਐਪੇਟਾਈਟ ਹੁੰਦਾ ਹੀ ਹੈ, ਚਾਹੇ ਕੋਈ ਵੀ ਹੋਏ, ਕੋਈ ਛੋਟਾ ਐਂਟਰਪ੍ਰੇਨਿਓਰ ਹੋਏ ਮੇਰੇ ਵਰਗਾ, ਕੋਈ ਬਹੁਤ ਵੱਡਾ ਐਂਟਰਪ੍ਰੇਨਿਓਰ ਹੋਏ, ਹਰ ਇੱਕ ਦਾ ਆਪਣਾ ਆਪਣਾ ਰਿਸਕ ਐਪੇਟਾਈਟ ਹੁੰਦਾ। ਫਾਸਟ ਮਨੀ ਮਾਈਂਡਸੈਟ ਬੈਕਫਾਇਰ ਕਰਦਾ? ਫਾਸਟ, ਦੇਰ ਇਜ਼ ਨੋ ਫਾਸਟ ਮਨੀ। ਆਈ ਥਿੰਕ ਜਿਹੜੇ ਫਾਸਟ ਮਨੀ ਵਾਲੀ ਚੀਜ਼ਾਂ ਕਦੀ ਜ਼ਿਆਦਾ ਦੇਰ ਤੱਕ ਸਸਟੇਨ ਕੀਤੀਆਂ ਵੀ ਨਹੀਂ ਹੈਗੀਆਂ। ਕੋਈ ਵੀ ਤੁਸੀਂ ਹਿਸਟਰੀ ਤੋਂ ਚੀਜ਼ਾਂ ਦੇਖ ਲਓ, ਦੇਰ ਹੈਜ਼ ਟੂ ਬੀ ਕੰਸਿਸਟੈਂਸ ਗਰੋਥ। ਹਾਂ, ਤੁਸੀਂ ਅੱਛਾ ਕੰਮ ਕਰੋ, ਰਾਤੋਂ ਰਾਤ ਤੁਸੀਂ ਅੱਛੀ ਗਰੋਥ ਮਿਲ ਜਾਂਦੀ ਤੁਹਾਨੂੰ। ਸੋਸ਼ਲ ਮੀਡੀਆ ਅੱਜ ਕੱਲ੍ਹ ਬੜਾ ਹੈਲਪਫੁਲ ਉਹਦੇ ਵਾਸਤੇ। ਬਟ ਆਈ ਥਿੰਕ ਯੂ ਹੈਵ ਟੂ ਬੀ ਕੰਸਿਸਟੈਂਟ ਵਟ ਯੂ ਆਰ ਡੂਇੰਗ। ਜਿਹੜੇ ਲੋਕ ਰੀਅਲ ਏਸਟੇਟ 'ਚ ਕਰੀਅਰ ਬਣਾਉਣਾ ਚਾਹੁੰਦੇ ਆ, ਅਗਰ ਆਪਾਂ ਉਹਨਾਂ ਵਾਸਤੇ ਕੁਝ ਕੁਐਸਚਨਸ ਪੁੱਛੀਏ ਕਿ ਰੀਅਲ ਏਸਟੇਟ 'ਚ ਕਰੀਅਰ ਬਣਾਉਣਾ ਕਿੰਨਾ ਕੁ ਸਟਰੋਂਗ ਹੈ ਐਜ਼ ਪਰ ਯੂ,
ਤੁਹਾਨੂੰ ਇੰਨੇ ਸਾਲ ਹੋ ਗਏ ਜੀ ਰੀਅਲ ਆ estate 'ਚ? ਬਹੁਤ ਵਧੀਆ ਹੈ। ਤੁਸੀਂ ਅਗਰ ਰੇਰਾ ਦੀ ਵੈਬਸਾਈਟ ਚੈੱਕ ਕਰੋ, ਹੂੰ, I think every month there are people who are registering in RERA for real estate. ਹੂੰ, So real estate is very, very, very booming career. That's a awesome industry to grow with. So ਦੁਬਈ ਚ ਐਗਜ਼ਾਮਪਲ ਦੇਖ ਲਓ, ਗੁੜਗਾਉਂ ਦੇਖ ਲਓ, ਚੰਡੀਗੜ੍ਹ ਦੇਖ ਲਓ, ਅੱਜ ਦੀ ਰੇਟ 'ਚ ਹਰ ਦੂਸਰਾ ਬੰਦਾ he is entering into real estate and they are actually making good money. ਡੋਂਟ ਯੂ ਥਿੰਕ ਬਟ ਐਂਟਰੀ ਕਰਨਾ ਈਜ਼ੀ ਹੈ ਬਟ ਸਰਵਾਈਵ ਕਰਨਾ ਟਫ ਹੈ? It is very much there in every field. ਸੋ ਹੁਣ ਸਾਡੇ ਵਰਗੇ ਬੰਦੇ ਵਾਸਤੇ ਵੀ ਜੋ ਪਿਛਲੇ 10-12 ਸਾਲ ਤੋਂ ਇਸ ਬਿਜ਼ਨਸ ਨੇ, ਸਾਡੇ ਵਾਸਤੇ ਵੀ ਸਰਵਾਈਵਲ ਦੇ ਕੁਐਸਚਨਸ ਆ ਜਾਂਦੇ ਨੇ ਕਿ ਅਗਰ ਅਸੀਂ ਸਹੀ ਤਰੀਕੇ ਨਾਲ ਕੰਮ ਨਾ ਕਰੀਏ, ਸੋ ਵੀ ਹੈਵ ਟੂ ਬੀ ਔਨ ਆਰ ਟੋਜ਼। ਹੁਣ ਇਹਦੇ ਵਿੱਚ ਉਹ ਟਾਈਮ ਨਹੀਂ ਰਹਿ ਗਿਆ ਕਿ ਤੁਸੀਂ ਪੁਰਾਣੇ ਹੋ ਤੇ ਵਧੀਆ ਹੋ। ਰਾਦਰ ਆਈ ਹੈਵ ਸੀਨ ਮੈਨੀ ਯੰਗ ਗਾਈਜ਼ ਜਿਹੜੇ 6-6 ਮਹੀਨੇ 8-8 ਮਹੀਨੇ ਤੋਂ ਸਾਲ ਤੋਂ ਦੇ ਆਰ ਡੂਇੰਗ ਫੈਨੋਮੀਨਲ ਜੋਬ ਹੇਅਰ ਇਨ ਚੰਡੀਗੜ੍ਹ। ਸੋ ਮੈਨੂੰ ਲੱਗਦਾ ਹੈ ਕਿ ਤੁਸੀਂ ਕੰਸਿਸਟੈਂਟ ਹੋਵੋ, ਤੁਸੀਂ ਇਨੋਵੇਟਿਵ ਹੋਵੋ, ਚੇਂਜ ਓਰੀਐਂਟਿਡ ਹੋਵੋ ਕਿ ਤੁਸੀਂ ਅਡੈਪਟ ਕਰੋ ਚੇਂਜਿਸ ਨੂੰ, ਤੇ ਯੂ ਆਰ ਵੈਰੀ ਮਚ ਇਨ ਦ ਗੇਮ। ਰੀਅਲ estate ਵਿੱਚ ਗਰਾਊਂਡ ਲੈਵਲ ਲਰਨਿੰਗ ਕਿੰਨੀ ਕੁ ਇੰਪੋਰਟੈਂਟ ਹੈ ਜੇ ਕਿਸੇ ਨੇ ਕਰੀਅਰ ਬਣਾਉਣਾ ਹੈ, ਕਿ ਸਿਰਫ ਨੌਲੇਜੇਬਲ ਸੈਕਟਰ ਜਾਂ ਕਨੈਕਸ਼ਨ ਜ਼ਿਆਦਾ ਇੰਪੋਰਟੈਂਟ ਹੈ? ਗਰਾਊਂਡ ਡੈਫੀਨਿਟਲੀ ਤੁਹਾਡੀ ਹਮ। ਨੌਲੇਜ ਤੁਹਾਨੂੰ ਗਰਾਊਂਡ ਵਿੱਚ ਰਹਿ ਕੇ ਹੀ ਆਏਗੀ। ਤੁਸੀਂ ਜਿਸ ਮਰਜ਼ੀ ਪ੍ਰੋਫਾਈਲ ਤੇ ਹੋਵੋ, ਵੈਦਰ ਯੂ ਆਰ ਅ ਡਿਵੈਲਪਰ ਔਰ CEO ਔਰ ਹੂਸਐਵਰ ਯੂ ਆਰ, ਤੁਹਾਨੂੰ ਗਰਾਊਂਡ ਰਿਐਲਿਟੀਜ਼ ਪਤਾ ਹੋਣੀ ਚਾਹੀਦੀਆਂ, ਦੈਨ ਓਨਲੀ ਯੂ ਵਿਲ ਸਕਸੀਡ। ਐਂਡ ਉਹ ਚੀਜ਼ਾਂ ਦੇ ਆਰ ਪਾਰਟ ਆਫ ਰੀਅਲ estate ਸਕਸੈਸ ਜਰਨੀ। One piece of advice for the beginners who want to join real estate? ਜਸਟ ਬੀ ਟਰਾਂਸਪੇਰੈਂਟ, ਬੀ ਓਨੈਸਟ। ਤੁਹਾਨੂੰ ਇਹ ਲੱਗਦਾ ਕਿ ਅੱਜ ਕੱਲ੍ਹ ਲੋਕ ਜੁਗਾੜ ਬਹੁਤ ਲਗਾਉਂਦੇ ਆ ਰੀਅਲ estate 'ਚ, ਕਿ ਜ਼ਿਆਦਾ ਜੁਗਾੜ ਚੱਲ ਰਿਹਾ ਜਾਂ ਪ੍ਰੋਫੈਸ਼ਨਲਿਜ਼ਮ ਇਨ ਰੀਅਲ estate? ਰੀਅਲ estate ਜੁਗਾੜ ਨਾਮ ਦੀ ਤਾਂ ਵੈਸੇ ਮੈਂ ਕੋਈ ਚੀਜ਼ ਸੁਣੀ ਨਹੀਂ ਹੈ। ਯੈਸ, ਇਟ ਇਜ਼ ਕੰਪਲੀਟ ਪ੍ਰੋਫੈਸ਼ਨਲਿਜ਼ਮ। ਪ੍ਰੋਫੈਸ਼ਨਲਿਜ਼ਮ ਹੀ ਨਹੀਂ, ਤੁਸੀਂ ਯਾਰ ਤੁਹਾਡਾ ਐਟ ਦ ਐਂਡ ਆਫ ਦ ਡੇ ਲੋਕਾਂ ਨੂੰ ਤੁਹਾਡੇ ਬਾਰੇ ਪਤਾ ਹੋਣਾ ਚਾਹੀਦਾ, ਤੇ ਤੁਹਾਨੂੰ ਤੁਸੀਂ ਜਿਹੜੀ ਚੀਜ਼ ਵੇਚ ਰਹੇ ਹੋ ਤੁਹਾਨੂੰ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ। ਮਤਲਬ ਲੋਕ ਪ੍ਰੋਫਿਟ ਲਈ ਐਥਿਕਸ ਇਗਨੋਰ ਕਰਦੇ ਆ? ਬਿਲਕੁਲ ਕਰਦੇ ਆ। ਡੂ ਯੂ ਫਾਈਂਡ ਇਟ ਰਾਈਟ? ਇਟ ਇਜ਼ ਇਨ ਐਵਰੀ ਇੰਡਸਟਰੀ, ਸੋ ਹੂ ਐਮ ਆਈ ਟੂ ਜੱਜ ਦੈਮ। ਐਟਲੀਸਟ ਅਸੀਂ ਆਪਣਾ ਉਹ ਦੇਖੀਏ ਕਿ ਅਸੀਂ ਕਿੰਨੇ ਕੁ ਪਾਣੀ 'ਚ ਹੈਗੇ ਹਾਂ। ਬਟ ਹਰ ਇੱਕ ਇੰਡਸਟਰੀ ਵਿੱਚ ਹੁੰਦਾ ਹੈ ਕਿ ਪੀਪਲ ਫॉर ਅ ਲਿਊ ਆਫ ਸਮੋਲ ਅਮਾਊਂਟ ਦੇ ਡੂ ਸਮ ਅਨਐਥੀਕਲ ਐਕਟੀਵਿਟੀਜ਼। ਡੈਫੀਨਿਟਲੀ ਨਹੀਂ ਹੋਣੀਆਂ ਚਾਹੀਦੀਆਂ। ਤੁਸੀਂ ਕਿਸ ਕੇਸਿਸ ਵਿੱਚ ਡੀਲਸ ਇਗਨੋਰ ਕਰ ਦਿੰਦੇ ਹੋ ਜਾਂ ਰਿਜੈਕਟ ਕਰ ਦਿੰਦੇ ਹੋ ਕਿ ਇਹ ਡੀਲਸ ਤਾਂ ਮੈਂ ਨਹੀਂ ਕਰਾਂਗਾ? ਜਿਹੜਾ ਕਲਾਇੰਟ ਸਾਡੇ ਤੋਂ ਬਹੁਤ ਐਕਸਟਰਾordinary ਡਿਸਕਾਊਂਟਸ ਮੰਗਦਾ ਹੈ, ਜਿਹੜੇ ਸਾਡੇ ਵਾਸਤੇ ਵੀ ਦੇਣੇ ਪੋਸੀਬਲ ਨਹੀਂ ਹੁੰਦੇ, ਅਸੀਂ ਉਹਨਾਂ ਨੂੰ ਘੱਟ ਐਂਟਰਟੇਨ ਕਰਦੇ ਹਾਂ। ਜਿਹੜਾ ਕਲਾਇੰਟ ਕਮਿਟਮੈਂਟ ਐਕਸਪੈਕਟ ਕਰਦਾ ਹੈ ਸਾਡੇ ਤੋਂ ਕਿ ਤੁਸੀਂ ਅਗਰ ਚੀਜ਼ ਇੰਨੇ ਦੀ ਲਿੱਤੀ ਹੈ ਤਾਂ ਸਾਨੂੰ ਇੰਨਾ ਪ੍ਰੋਫਿਟ ਕਮਾ ਕੇ ਦਓਗੇ 2 ਸਾਲਾਂ 'ਚ, ਸਾਲ 'ਚ, ਅਸੀਂ ਉਹਨਾਂ ਨੂੰ ਮਨਾ ਕਰ ਦਿੰਦੇ ਹਾਂ। ਵੈਰੀ ਇੰਪੋਰਟੈਂਟ ਟੂ ਆਨਸਰ, ਜਿਹੜਾ ਕਲਾਇੰਟ ਬਿਲਡਰਾਂ ਦੀ ਕਮਿਟਮੈਂਟਸ ਦੇ ਉੱਤੇ ਡੀਲ ਕਰਦਾ ਹੈ ਕਿ ਇੱਕ ਬਿਲਡਰ ਸਾਨੂੰ ਅਸ਼ੋਰਡ ਰਿਟਰਨ ਦੇ ਰਿਹਾ ਤੇ ਇਹ ਉਹ ਵੀ ਸਿੰਪਲੀ ਸੇ ਨੋ, ਕਿ ਅਸੀਂ ਇਸ ਚੀਜ਼ ਨੂੰ ਡਿਸਕਰੇਜ ਕਰਦੇ ਹਾਂ, ਤੇ ਅਸੀਂ ਉਹ ਐਂਡ ਵੀ ਹੈਵ ਐਕਚੁਅਲੀ ਸੇ ਨੋ ਟੂ ਦੋਜ਼ ਡੀਲਸ। ਤੇ ਬਿਲਡਰ ਵਾਈਜ਼ ਕੋਈ ਪ੍ਰੋਜੈਕਟ ਵਾਈਜ਼ ਕਿੱਥੇ ਮਨਾ ਕਰਦੇ ਹੋ ਜ਼ਿਆਦਾ? ਡੈਫੀਨੇਟਲੀ ਬਹੁਤ ਪ੍ਰੋਜੈਕਟਸ ਮਨਾ ਕੀਤੇ ਨੇ ਜਿੱਥੇ ਸਾਨੂੰ ਫਿਸ਼ੀ ਐਲੀਮੈਂਟਸ ਲੱਗੇ ਨੇ, ਜਿੱਥੇ ਸਾਨੂੰ ਉਹਨਾਂ ਦੇ ਫਾਈਨੈਂਸ਼ੀਅਲ ਸਹੀ ਨਹੀਂ ਲੱਗੇ, ਜਿੱਥੇ ਉਹਨਾਂ ਦੀ ਲੈਂਡਸ ਆਪਣੀਆਂ ਨਹੀਂ ਹੈਗੀਆਂ ਸੀ। ਸੋ ਇਹ ਸਾਰੀਆਂ ਚੀਜ਼ਾਂ 'ਚ ਅਸੀਂ ਨਹੀਂ ਉਹ ਪ੍ਰੋਜੈਕਟਸ ਐਂਡੋਰਸ ਕਰਦੇ। ਐਂਡ ਅਗੇਨ ਰਿਪੀਟਿੰਗ ਮਾਈ ਵਰਡਸ, ਥੀਸ ਵੀ ਹੈਵ ਲਰਨਡ ਫਰੋਮ ਆਰ ਫੇਲੀਅਰਸ। ਅਸੀਂ ਕੋਈ ਪਿੱਛੋਂ ਸਿੱਖੇ ਸਿਖਾਏ ਨਹੀਂ ਆਏ। ਤੁਸੀਂ ਜਦੋਂ ਮਾਰਕੀਟ 'ਚ ਰਹਿੰਦੇ ਹੋ, ਗਰਾਊਂਡ ਵਰਕ ਕਰਦੇ ਹੋ, ਅਗਰ ਤੁਸੀਂ ਓਨੈਸਟ ਹੋ ਵਿਦ ਯੂਰ ਵਰਕ, ਆਈ ਥਿੰਕ ਯੂ ਵਿਲ ਲਰਨ। ਇਹ ਚੀਜ਼ਾਂ ਤਾਂ ਆਪੇ ਸਿੱਖ ਲਓਗੇ ਤੁਸੀਂ। ਰਾਈਟ ਟਾਈਮਿੰਗ ਇੰਪੋਰਟੈਂਟ ਹੈ ਜਾਂ ਰਾਈਟ ਪ੍ਰੋਪਰਟੀ? ਰਾਈਟ ਪ੍ਰੋਪਰਟੀ। ਓਕੇ, ਮਤਲਬ ਮਨੀ ਫੈਕਟਰ ਕਿੰਨਾ ਕੁ ਮੈਟਰ ਕਰਦਾ ਇਹਦੇ ਵਿੱਚ, ਕਿ ਅਗਰ ਕਿਸੇ ਨੂੰ ਰਾਈਟ ਟਾਈਮਿੰਗ ਤੇ ਰਾਈਟ ਪ੍ਰੋਪਰਟੀ ਮਿਲ ਰਹੀ ਬਟ ਮਨੀ ਫੈਕਟਰ ਕਿਸੇ ਕੋਲ ਲਿਮਿਟਿਡ ਹੀ ਹੈ? ਅਗਰ ਤੁਹਾਡੇ ਸਿਬਿਲ ਅੱਛੇ ਨੇ, ਤੁਹਾਡੀ ਬੈਂਕ ਕੈਪੈਸਿਟੀ ਅੱਛੀ ਹੈ, ਬੈਂਕ ਇਜ਼ ਦੇयर ਟੂ ਫੰਡ ਯੂ ਫਰੋਮ ਯੂਰ ਬਿਹਾਫ, ਯੂ ਡੋਂਟ ਨੀਡ ਅ ਮਨੀ ਫॉर ਜੇ दैट। ਕੋਈ ਅੱਜ ਫਸਟ ਟਾਈਮ ਇਨਵੈਸਟ ਕਰਨਾ ਚਾਹੁੰਦਾ, ਸਭ ਤੋਂ ਪਹਿਲਾਂ ਉਹ ਆਪਣੇ ਅੰਦਰ ਕਿਹੜੀ ਚੀਜ਼ ਕਲੀਅਰ ਕਰੇ? ਉਹ ਆਪਣਾ ਲੈਵਰੇਜ ਦੇ ਪ੍ਰਿੰਸੀਪਲ ਨੂੰ ਸਮਝੇ। ਉਹਨੂੰ ਜਦੋਂ ਲੈਵਰੇਜ ਦਾ ਪ੍ਰਿੰਸੀਪਲ ਸਮਝ ਲੱਗ ਗਿਆ, he'll become a billionaire in real estate. ਜੇ ਕੋਈ ਇਨਵੈਸਟਰ ਕਿਸੇ ਗਲਤ ਇਨਵੈਸਟਮੈਂਟ ਫਸ ਜਾਂਦਾ, ਤੁਸੀਂ ਉਹਨੂੰ ਐਗਜ਼ਿਟ ਕਰਾਉਣ 'ਚ ਕਿਵੇਂ ਹੈਲਪ ਕਰਦੇ ਹੋ? ਗਲਤ ਇਨਵੈਸਟਮੈਂਟ ਤੋਂ ਐਗਜ਼ਿਟ ਲੈਣਾ ਬਹੁਤ ਟੀਡੀਅਸ ਹੈ। there are legal bodies, there is RERA, and definitely ਸਾਡੀ ਆਪਣੀ ਇੱਕ ਲੀਗਲ ਟੀਮ ਹੈ ਜਿਹੜੀ ਉਹਨਾਂ ਨੂੰ ਅਸਿਸਟ ਕਰਦੀ ਹੈ, ਐਂਡ ਉੱਥੋਂ ਐਗਜ਼ਿਟ ਆਪਾਂ ਲੈ ਸਕਦੇ ਹਾਂ। ਤੁਸੀਂ ਆਪਣੇ ਇਨਵੈਸਟਰਸ ਨੂੰ ਕੀ ਕਹਿਣਾ ਚਾਹੋਗੇ ਅੱਜ? ਮੈਂ ਆਪਣੇ ਇਨਵੈਸਟਰਸ ਨੂੰ ਬਸ ਇੰਨਾ ਕਹਿਣਾ ਚਾਹੂੰਗਾ ਕਿ ਜਿੱਥੇ ਵੀ ਤੁਸੀਂ ਇਨਵੈਸਟ ਕਰੋ, ਜਿੰਨਾ ਤੋਂ ਵੀ ਇਨਵੈਸਟ ਕਰੋ, always plan for a long term. There is no shortcut in real estate. ਤੁਸੀਂ ਚਾਹੇ ਅੱਜ 1 ਕਰੋੜ ਲਾਓ, 1 ਲੱਖ ਲਾਓ, 10 ਕਰੋੜ ਲਾਓ, ਆਪਣਾ ਹਿਸਟਰੀ ਚੈੱਕ ਕਰ ਲਿਓ। ਜਿਨ੍ਹਾਂ ਨੇ ਲੰਬਾ ਟਾਈਮ ਪੈਸਾ ਲਗਾਇਆ, they had made fortunes in real estate. That's it. ਅੱਜ ਦੀ ਗੱਲ ਤੋਂ ਸਾਨੂੰ ਇਹ ਕਲੀਅਰ ਹੁੰਦਾ ਹੈ ਕਿ ਰੀਅਲ estate 'ਚ ਇਨਵੈਸਟ ਕਰਨਾ ਗਲਤ ਜਾਂ ਸਹੀ ਨਹੀਂ ਹੈ, ਬਟ ਰਾਈਟ ਕਲੈਰਿਟੀ ਨਾਲ ਇਨਵੈਸਟ ਕਰਨਾ ਇਜ਼ ਦਾ ਮੇਨ ਥਿੰਗ। ਥੈਂਕ ਯੂ ਸਰਦਾਰ ਤਰੁਣਦੀਪ, ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ। So Muskan, I had a wonderful time spending with you. So कुछ question मैं भी ਤੁਹਾਨੂੰ ਪੁੱਛਣਾ ਚਾਹੂੰਗਾ। So since you are making good content and this, what's the main idea? What is the vision you want to solve in your podcast, in your Muskan Speaks? ਬੇਸਿਕਲੀ ਰੀਅਲ ਸਟੋਰੀਜ਼।
ਅੱਜ ਕੱਲ੍ਹ ਅਗਰ ਆਪਾਂ ਸੈਲੇਬਸ ਜਾਂ ਕਿਸੇ ਬਿਜ਼ਨਸ ਪਰਸਨ ਨੂੰ ਵੀ ਲੈ ਕੇ ਆਉਂਦੇ ਹਾਂ, ਜ਼ਿਆਦਾਤਰ ਲੋਕ ਉਹਨੂੰ ਉਹਨਾਂ ਦੇ ਕੰਮ ਤੋਂ ਜਾਣ ਰਹੇ ਹੁੰਦੇ ਆ, ਉਹਨਾਂ ਦੀ ਪਰਸਨਲ ਲਾਈਫ ਬਾਰੇ ਜ਼ਿਆਦਾ ਚੀਜ਼ਾਂ ਪਤਾ ਨਹੀਂ ਹੁੰਦੀਆਂ, ਜਾਂ ਕਈ ਲੋਕਾਂ ਨੂੰ ਸਿਰਫ ਇੱਕ ਸਾਈਡ ਪਤਾ ਹੁੰਦਾ, ਬਟ ਉਹ ਚਾਹੁੰਦੇ ਆ ਕਿ ਦੁਨੀਆ ਨੂੰ ਉਹਨਾਂ ਦੀ ਦੂਜੀ ਸਾਈਡ ਪਤਾ ਲੱਗੇ। Right. So that is the one thing I want to bring here. So I want to know your side of the thing, how good you are into your personal life. ਕਿੱਦਾਂ ਕੀ ਚੱਲ ਰਿਹਾ ਤੁਹਾਡੀ personal life? Personal life is always a work in progress for me. Okay. Definitely, ਮਤਲਬ every day ਮੇਰਾ ਬਸ ਇਹੀ ਮਾਈਂਡਸੈਟ ਰਹਿੰਦਾ ਮੈਂ ਕੱਲ ਤੋਂ ਬੈਟਰ ਕਰਨਾ ਹੈ, that's all. Wow. ਅੱਜ ਦੀ ਗੱਲਬਾਤ ਤੋਂ ਇੱਕ ਗੱਲ ਤਾਂ ਕਲੀਅਰ ਹੁੰਦੀ ਹੈ ਕਿ ਰੀਅਲ ਏਸਟੇਟ 'ਚ ਪੈਸਾ ਲਗਾਉਣ ਦੀ ਗੇਮ ਨਹੀਂ, ਸਮਝਣ ਦੀ ਵੀ ਗੇਮ ਹੈ। ਅਕਸਰ ਅਸੀਂ ਸਾਰੇ ਲੋਕ ਜਲਦਬਾਜ਼ੀ 'ਚ ਡਿਸੀਜਨ ਲੈ ਲੈਂਦੇ ਹਾਂ ਕਿ ਮਾਰਕੀਟ 'ਚ ਕੀ ਚੱਲ ਰਿਹਾ, ਟ੍ਰੈਂਡ ਕੀ ਚੱਲ ਰਿਹਾ, ਕਿਸੇ ਨੇ ਕੀ ਸੁਜੈਸਟ ਕਰਤਾ, ਬਟ ਵਾਟ ਮੈਟਰਸ ਇਜ਼ ਦ ਕਲੈਰਿਟੀ। ਰੀਅਲ ਏਸਟੇਟ ਫਾਸਟ ਡਿਸੀਜਨ ਨਾਲ ਨਹੀਂ ਹੁੰਦੀ, ਬਲਕਿ ਸਹੀ ਡਿਸੀਜਨ ਨਾਲ ਹੁੰਦੀ ਹੈ। ਇਸ ਕਰਕੇ ਜੇ ਤੁਸੀਂ ਵੀ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਸਮਝੋ, ਫਿਰ ਇਨਵੈਸਟ ਕਰੋ।